ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ हाथ जोर अरदास बखानी कहो आप उपदेशन बानी अब तो दर्शन ते सुख पावै जे सुन पीछे मन ठहरावै वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਂਦੇੜ ਸਾਹਿਬ ਵਿਖੇ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣ ਉਪਰੰਤ ਪਰਲੋਕ ਗਮਨ ਜਾਂ ਅਲੋਪ ਹੋਣ ਦਾ ਕੌਤਕ ਕਰਨਾ। ਔਰ ਜਿਸ ਵੇਲੇ ਸਿੱਖ ਸੰਗਤਾਂ ਨੂੰ ਇਹ ਪਤਾ ਚੱਲਿਆ ਕਿ ਮਹਾਰਾਜ ਜੀ ਹੁਣ ਸਾਨੂੰ ਵਿਛੋੜਾ ਦੇ ਜਾਣਗੇ, ਸਾਥੋਂ ਅਲੋਪ ਹੋ ਜਾਣਗੇ, ਤਾਂ ਸਿੱਖਾਂ ਨੇ ਸਿੰਘਾਂ ਨੇ ਜੋ ਪਾਤਸ਼ਾਹ ਦੇ ਨਾਲ ਹਨ ਜਥੇ, ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜਿਸ ਵੇਲੇ ਆਪ ਜੀ ਸਾਡੇ ਕੋਲ ਹੋ ਤੇ ਅਸੀਂ ਤੁਹਾਡੇ ਦਰਸ਼ਨ ਕਰਕੇ ਜਿਹੜਾ ਹੈ ਆਨੰਦ ਲੈਂਦੇ ਹਾਂ। ਕੱਲ੍ਹ ਨੂੰ ਜਦੋਂ ਤੁਸੀਂ ਸਾਡੇ ਸਾਹਮਣੇ ਸਾਡੇ ਨਾਲ ਨਹੀਂ ਹੋਵੋਗੇ, ਸਾਡੇ ਕੋਲ ਨਹੀਂ ਹੋਵੋਗੇ, ਤੇ ਫਿਰ ਅਸੀਂ ਕਿਵੇਂ ਜੀ ਲਾਵਾਂਗੇ? ਜਾਂ ਸਾਨੂੰ ਕੋਈ ਐਸੇ ਬਚਨ ਬਖਸ਼ਿਸ਼ ਕਰੋ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੇ ਨਾਲ ਜੁੜੇ ਰਹੀਏ। ਤਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਨੂੰ ਵਿਰਾਗ ਕਰਦੇ ਹਾਂ, ਸਿੱਖ ਸੰਗਤਾਂ ਨੂੰ ਵਿਰਾਗ ਕਰਦੇ ਹਾਂ ਵੇਖ ਕੇ ਉਸੇ ਤਰ੍ਹਾਂ ਧੀਰਜ ਦੇਣਾ ਕਰਦੇ ਆ ਜਿਸ ਤਰ੍ਹਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਧੀਰਜਮਈ ਬਾਣੀ ਬਖਸ਼ਿਸ਼ ਕੀਤੀ, ਧੀਰਜ ਦੇ ਬਚਨ ਕੀਤੇ। ਸਦ ਰਾਹੀਂ ਜੋ ਆਪਾਂ ਸਦ ਪੜ੍ਹਦੇ ਹਾਂ ਉਸ ਰਾਹੀਂ ਸਤਿਗੁਰਾਂ ਨੇ ਸੰਗਤਾਂ ਨੂੰ ਧੀਰਜ ਦੇਣਾ ਕੀਤਾ ਔਰ ਪਰਮੇਸ਼ਰ ਦੀਆਂ ਅਟਲ ਸਚਾਈਆਂ ਜਿਹੜੀਆਂ ਹੈ ਉਹ ਉਪਦੇਸ਼ ਬਖਸ਼ਿਸ਼ ਕੀਤੇ। ਰਾਮਕਲੀ ਕੀ ਸਦ। ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਸਿੱਖ ਸੰਗਤਾਂ ਨੂੰ ਕੀ ਉਪਦੇਸ਼ ਬਖਸ਼ਦੇ ਹਨ ਆਪਾਂ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਹੱਥ ਜੋੜ ਅਰਦਾਸ ਬਖਾਨੀ ਕਹੋ ਆਪ ਉਪਦੇਸ਼ਨ ਬਾਣੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਰਾਜਮਾਨ ਹਨ ਪਵਿੱਤਰ ਸਿੰਘਾਸਨਾਂ ਉੱਪਰ। ਸਿੱਖ ਸੰਗਤਾਂ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਜੇ ਅਬ ਤੋ ਦਰਸ਼ਨ ਤੇ ਸੁਖ ਪਾਵੈ ਜੇ ਸੁਨ ਪੀਛੇ ਮਨ ਠਹਿਰਾਵੈ। ਮਹਾਰਾਜ ਕਿਰਪਾ ਕਰੋ, ਹੁਣ ਤਾਂ ਅਸੀਂ ਤੁਹਾਡੇ ਦਰਸ਼ਨ ਕਰਕੇ ਸੁੱਖ ਭੋਗਦੇ ਹਾਂ, ਸੁੱਖ ਮਾਣਦੇ ਹਾਂ,
ਪਰ ਤੁਸੀਂ ਸਾਡੇ ਕੋਲੋਂ ਜਦ ਅਲੋਪ ਹੋ ਜਾਓਗੇ ਫਿਰ ਅਸੀਂ ਕੀ ਕਰੀਏ? ਕੋਈ ਐਸੇ ਉਪਦੇਸ਼ ਬਖਸ਼ੋ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰੇ, ਸੁਨੋ ਖਾਲਸਾ ਤੁਮ ਮਮ ਪਿਆਰੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਖਾਲਸਾ ਜੀ ਤੁਸੀਂ ਮੈਨੂੰ ਬਹੁਤ ਪਿਆਰੇ ਹੋ। ਕਿਤਨੇ ਪਿਆਰੇ ਆ ਦੇਖੋ, ਸੰਸਾਰ ਤਾਂ ਕਿਸੇ ਪਿਆਰੇ ਦੇ ਉੱਤੋਂ ਪੈਸਾ ਵਾਰਦਾ ਹੈ। ਮਾਤਾ ਆਪਣੀ ਧੀ ਪੁੱਤ, ਆਪਣਾ ਨਹੁੰ ਪੁੱਤ ਦੀ ਜੋੜੀ ਤੋਂ ਪਾਣੀ ਵਾਰ ਕੇ ਪੀਂਦੀ ਆ, ਪਰ ਧੰਨ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਤੋਂ ਸਰਬੰਸ ਵਾਰਿਆ, 4 ਪੁੱਤਰ ਵਾਰੇ ਆ। ਕਹੋ ਸਤਨਾਮ ਸੀ। ਪੰਥ ਵਸੇ ਮੈਂ ਉਜੜਾ, ਮਨ ਚਾਓ ਕਨੇਰਾ। ਭਾਵ ਇਸ ਖਾਲਸਾ ਪੰਥ ਦੀਆਂ ਜਿਹੜੀਆਂ ਨੀਹਾਂ ਰੱਖੀਆਂ, ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਲਿਜਾਣ ਵਾਸਤੇ ਸਤਿਗੁਰਾਂ ਨੇ ਸਰਬੰਸ ਦਾ ਵੀ ਮੋਹ ਨਹੀਂ ਕੀਤਾ, ਸਾਹਿਬਜ਼ਾਦਿਆਂ ਦਾ ਵੀ ਮੋਹ ਨਹੀਂ ਕੀਤਾ। ਉਹਨਾਂ ਨੂੰ ਵੀ ਦੂਸਰੇ ਸਿੰਘਾਂ ਦੀ ਨਿਆਈ ਹੀ ਸ਼ਹੀਦ ਹੁੰਦਿਆਂ ਵੇਖਿਆ। ਔਰ ਜਿਸ ਵੇਲੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵਿੱਚੋਂ ਨਿਕਲਦੇ ਹੋਏ, ਚਮਕੌਰ ਗੜੀ ਦੀ ਫੌਜਾਂ ਦੇ ਵਿੱਚੋਂ ਨਿਕਲਦੇ ਹੋਏ ਕਾਫੀ ਜ਼ਖਮੀ ਪਏ ਆ, ਕਾਫੀ ਸ਼ਹੀਦ ਪਏ ਆ, ਬਿਜਲੀ ਲਿਸ਼ਕੀ ਥੱਲੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਸੁੰਦਰ ਸਰੀਰ ਪਿਆ। ਉਹ ਰੁਕ ਗਏ, ਕਮਰ ਕਸਾ ਖੋਲ ਕੇ ਲੱਕ ਤੋਂ ਉਹਨਾਂ ਦੇ ਉੱਪਰ ਪਾਉਣ ਲੱਗੇ। ਪਾਤਸ਼ਾਹ ਕਹਿੰਦੇ, ਦਇਆ ਸਿਆ ਕੀ ਕਰਦਾ ਹੈ? ਮਹਾਰਾਜ ਜੀ ਕਰ ਕੀ ਸਕਦੇ ਆ? ਆ 2 ਸਾਹਿਬਜ਼ਾਦੇ ਤਾਂ ਰਹਿ ਜਾਂਦੇ, ਫਿਰ ਕੀ ਹੋਇਆ? ਇਤਨੇ ਸਿੰਘ ਚਲੇ ਗਏ, ਇਹ ਵੀ ਚਲੇ ਗਏ। ਮਹਾਰਾਜ ਆ 2 ਗਜ ਦਾ ਟੋਟਾ ਕਫਨ ਤੌਰ ਤੇ ਪਾ ਦਈਏ। ਪਾਤਸ਼ਾਹ ਕਹਿੰਦੇ, ਤੇਰੇ ਕੋਲ ਕਿੰਨਾ ਕੱਪੜਾ? ਕਹਿੰਦੇ ਜੀ ਆ ਕਮਰ ਕਸਾ ਹੈ। ਨਹੀਂ ਨਹੀਂ, ਤੇਰੇ ਕੋਲੇ ਜਾਂ ਤਾਂ ਇੰਨਾ ਕੱਪੜਾ ਲੈ ਕੇ ਆ ਕੇ ਸਾਰਿਆਂ ਨੂੰ ਢੱਕ ਦੇ, ਸਾਰੇ ਹੀ ਮੇਰੇ ਆ, ਤੇ ਜਾਂ ਫਿਰ ਇਹਨਾਂ ਨੂੰ ਵੀ ਦੂਜੇ ਸਿੰਘਾਂ ਦੇ ਨਾਲ ਹੀ ਰਹਿਣ ਦੇ। ਕੱਲ੍ਹ ਨੂੰ ਦੁਨੀਆ ਇਹ ਨਾ ਕਹੇ ਕਿ ਸਤਿਗੁਰਾਂ ਨੇ ਸਿੱਖ ਹੋਰ ਤੇ ਪੁੱਤ ਹੋਰ ਸਮਝੇ। ਕਹੋ ਸਤਨਾਮ। ਨਹੀਂ, ਚੱਕ ਲੱਪ ਕੱਪੜਾ, ਜਿੱਥੇ ਦੂਸਰੇ ਮੇਰੇ ਸ਼ਹੀਦ ਸਿੰਘ ਪਏ ਆ ਉਹਨਾਂ ਦੇ ਵਿੱਚ ਹੀ ਇਹਨਾਂ ਨੂੰ ਰਹਿਣ ਦੇ, ਆਪਣੇ ਭਰਾਵਾਂ ਦੇ ਨਾਲ ਹੀ ਰਹਿਣ ਦੇ, ਅਲੱਗ ਨਾ ਕਰੇ ਇਹਨਾਂ ਨੂੰ। ਖੈਰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਖਾਲਸਾ ਜੀ ਤੁਸੀਂ ਮੈਨੂੰ ਬਹੁਤ ਪਿਆਰੇ ਹੋ। ਨੇਤ ਰਚੀ ਪਰਮੇਸ਼ਰ ਜੈਸੇ, ਭੂਤ ਭਵਿੱਖ ਨਾ ਮਿਟੇ ਸੋ ਕੈਸੇ। ਪਰ ਜਿਹੜੀ ਪਰਮੇਸ਼ਰ ਨੇ ਨੇਤ ਹੁੰਦੀ ਹੈ, ਉਹਦਾ ਕਾਨੂੰਨ। ਨੇਤ ਦਾ ਮਤਲਬ ਕੁਦਰਤ, ਤੇ ਕੁਦਰਤ ਦਾ ਮਤਲਬ ਜੋ ਪਰਮੇਸ਼ਰ ਨੇ ਰਚਨਾ ਰਚੀ ਹੈ, ਜੋ ਉਹ ਚਾਹੁੰਦਾ ਹੈ ਉਸ ਨੂੰ ਭੂਤ ਭਵਿੱਖ ਭਗਵਾਨ ਨਾ ਪਿਛਲੇ ਸਮੇਂ ਕੋਈ ਬਦਲ ਸਕਿਆ, ਨਾ ਕੋਈ ਆਉਣ ਵਾਲੇ ਸਮੇਂ ਵਿੱਚ ਬਦਲ ਸਕਿਆ ਹੈ। ਪਰਮੇਸ਼ਰ ਦੇ ਕੌਤਕ ਨੂੰ, ਪਰਮੇਸ਼ਰ ਦੇ ਇਹ ਸਿਸਟਮ ਨੂੰ, ਕਾਨੂੰਨ ਨੂੰ ਕੋਈ ਵੀ ਰੋਕ ਨਹੀਂ ਸਕਦਾ। ਰਾਵਣ ਵਰਗੇ, ਹਰਨਾਕਸ਼ ਵਰਗੇ ਵੀ ਕਹਿੰਦੇ ਸੀ ਅਸੀਂ ਮਰਦੇ ਹੀ ਨਹੀਂ, ਅਸੀਂ ਤਾਂ ਬੜੇ ਤਕੜੇ ਹਾਂ, ਪਰ ਉਹਨਾਂ ਨੂੰ ਵੀ ਜਾਣਾ ਪਿਆ ਹੈ ਜੀ। ਜੋ ਜਨਮੇ ਹੋਏ ਹੈ ਤਿਨ ਮਰਨਾ, ਦ੍ਰਿਸ਼ਟ ਮਾਨ ਲੈ ਨਾਸ਼ ਪਰ ਹਰਨਾ। ਔਰ ਦ੍ਰਿਸ਼ਟਮਾਨ ਜੋ ਦੀਸ਼ੈ ਸੋ ਸਗਲ ਵਿਨਾਸੀ, ਪਵਿੱਤਰ ਬਾਣੀ ਦੇ ਬਚਨ ਹਨ। ਜੋ ਦਿਸ ਰਿਹਾ ਸਾਨੂੰ, ਇਹ ਸਭ ਖੁਸ਼ ਖਤਮ ਹੋਣ ਵਾਲਾ ਹੈ। ਜਨਮੰ ਤੈ ਮਰਨੰ ਹਰਖੰ ਤੈ ਸੋਗੰ। ਜਨਮ ਹੈ ਤੇ ਮੌਤ ਵੀ ਹੈ, ਖੁਸ਼ੀ ਹੈ ਤੇ ਉਹਦੇ ਨਾਲ ਗਮੀ ਵੀ ਹੈ। ਬੱਚਾ ਪੈਦਾ ਹੋਇਆ, ਬੜੀ ਖੁਸ਼ੀ ਹੋਈ, ਪਰ ਇਹ ਅਟਲ ਸੱਚਾਈ ਹੈ ਕਿ ਇੱਕ ਦਿਨ ਉਸ ਨੇ ਮਰ ਵੀ ਜਾਣਾ ਹੈ। ਇਹ ਦੂਸਰੀ ਗੱਲ ਹੈ, ਬਚਪਨ ਵਿੱਚ ਮਰਦਾ, ਜਵਾਨੀ ਜਾਂ ਬੁਢਾਪੇ ਦੇ ਵਿੱਚ। ਕਬੀਰ ਸਾਹਿਬ ਜੀ ਕਹਿੰਦੇ, ਸੂਦੇ ਸੂਦੇ ਰੇਂਗ ਚਲੋ ਤੁਮ ਨਤਰ ਕੋ ਧੱਕਾ ਦੇਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ। ਮਾਨਸ ਬੱਪਰਾ ਮੂਸਾ ਕੀਨੋ, ਇਹ ਵਿਚਾਰਾ ਮਨੁੱਖ ਤਾਂ ਮੌਤ ਦੇ ਸਾਹਮਣੇ ਚੂਹਾ ਹੈ, ਜਿਵੇਂ ਬਿੱਲੀ ਦੇ ਸਾਹਮਣੇ ਚੂਹਾ ਹੁੰਦਾ। ਕਹੋ ਸਤਨਾਮ। ਮਾਨਸ ਬੱਪਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਔਰ ਮੌਤ ਜਿਹੜੀ ਹੈ ਬਿੱਲੇ ਦੀ ਨਿਆਈ, ਇਸ ਨੂੰ ਇੱਕ ਦਿਨ ਝਪਟ ਮਾਰਦੀ ਹੈ। ਹਰਖੰ ਤੈ ਸੋਗੰ, ਜਨਮੰ ਤੇ ਮਰਨੰ ਹਰਖੰ ਤੈ ਸੋਗੰ। ਇਸ ਤਰ੍ਹਾਂ ਮੇਰੇ ਪ੍ਰੀਤਮ ਜੀ ਕਹਿੰਦੇ, ਜੋ ਜੰਮਿਆ ਉਸਨੇ ਜ਼ਰੂਰ ਮਰਨਾ ਹੈ ਜੀ। ਇਸ ਦਿਨ ਸੂਰਜ ਚੰਦ ਉਪਾਏ, ਆਰ ਬਲਾਇਨ ਗਿਨਤ ਬਿਤਾਏ। ਔਰ ਅਸੀਂ ਗੁਰੂ ਪਿਆਰਿਓ ਸਮੇਂ ਦੀ ਵੰਡ ਕਰਨ ਵਾਸਤੇ, ਸਮੇਂ ਦੀ ਗਿਣਤੀ ਕਰਨ ਵਾਸਤੇ, ਸਮੇਂ ਦੀ ਜਾਣਕਾਰੀ ਵਾਸਤੇ 12 ਘੰਟਿਆਂ ਦਾ ਦਿਨ ਤੇ 12 ਘੰਟਿਆਂ ਦੀ ਰਾਤ, ਇਸ ਦੇ ਨਾਲ ਸਿਸਟਮ ਬਣਾਇਆ ਪਹਿਲਾਂ ਸਿਆਣਿਆਂ ਨੇ, ਵਿਗਿਆਨੀਆਂ ਨੇ। ਔਰ ਦਿਨ ਤੇ ਰਾਤ ਨੂੰ ਗਿਣ ਕੇ ਗੁਰੂ ਪਿਆਰਿਓ ਇਸ ਤੋਂ ਹਫ਼ਤਾ ਬਣਾਇਆ, 4 ਹਫ਼ਤਿਆਂ ਤੋਂ ਮਹੀਨਾ ਬਣਾਇਆ, 12 ਮਹੀਨਿਆਂ ਤੋਂ ਗੁਰੂ ਪਿਆਰੋ ਸਾਲ ਬਣਾਇਆ, ਤੇ ਗਾ ਸਾਲਾਂ ਦੇ ਹਿਸਾਬ ਨਾਲ ਸਾਡੀ ਜ਼ਿੰਦਗੀ ਦਾ ਹਿਸਾਬ ਕਿਤਾਬ ਹੋ ਜਾਂਦਾ। ਤਾਂ ਬਾਬਾ ਜੀ ਕਹਿੰਦੇ, ਨਿਸ ਦਿਨ ਦਿਨ ਰਾਤ ਸੂਰਜ ਚੜ੍ਹਨ ਦੇ ਨਾਲ, ਫਿਰ ਛਿਪਣ ਤੋਂ ਬਾਅਦ ਚੰਦਰਮਾ ਦੇ ਨਾਲ ਸਾਡੀ ਆਰਬਲਾ ਦੀ ਗਿਣਤੀ ਹੁੰਦੀ ਜਾਂਦੀ ਹੈ। ਤੇ ਜਿੰਨੇ ਪਰਮੇਸ਼ਰ ਨੇ ਸਾਨੂੰ ਦਿਨ ਦਿੱਤੇ ਹਨ,
ਉਹ ਗਿਣਤੀ ਦੇ ਮੁਤਾਬਕ ਮੁੱਕਦੇ ਜਾਂਦੇ ਹਨ। ਸਦਾ ਅਕਾਲ ਕਾਲ ਭਗਵਾਨਾ, ਪੂਜੇ ਔਤ ਸਭ ਕਰਖਾਨਾ। ਬਸ ਕੇਵਲ ਤੇ ਕੇਵਲ ਸਦਾ ਰਹਿਣ ਵਾਲਾ ਇੱਕ ਅਕਾਲ ਹੈ, ਜੋ ਕਾਲ ਦਾ ਵੀ ਪਰਮੇਸ਼ਰ ਹੈ, ਜੋ ਸਾਡਾ ਵੀ ਹੈ ਤੇ ਕਾਲ ਦਾ ਵੀ ਹੈ। ਕਾਲ ਤੋਂ ਕੇਵਲ ਅਕਾਲ ਪੁਰਖ ਹੀ ਬਚਿਆ ਹੈ, ਬਾਕੀ ਸਭ ਨੂੰ ਕਾਲ ਨੇ ਖਾਣਾ ਹੈ। 14 ਲੋਕ ਵਿਖੇ ਥਿਰ ਕੋਇ ਨਾ, ਕੋ ਅਸ ਕਾਲ ਬਸੀ ਜੋ ਹੋਏ ਨਾ। 14 ਲੋਕਾਂ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ, ਸਾਰੀ ਆਲ ਵਰਲਡ ਦੇ ਵਿੱਚ ਕੋਈ ਵੀ ਐਸਾ ਮਨੁੱਖ ਨਹੀਂ ਜਿਹੜਾ ਕਾਲ ਤੋਂ ਬਚਿਆ ਹੋਵੇ। ਪੰਜ ਤਤ ਕੋ ਜਗ ਵਿਸਤਾਰਾ, ਤਿਨ ਪੀ ਪਖੇ ਕਾਲ ਕਰਾਰਾ। ਇਹ ਤਾਂ ਅਕਾਲ ਪੁਰਖ ਦਾ ਜੇ ਹੁਕਮ ਹੋਵੇ ਤੇ ਇਹਨਾਂ ਪੰਜਾਂ ਤੱਤਾਂ ਨੂੰ ਵੀ ਖਤਮ ਕਰ ਸਕਦਾ ਹੈ, ਕਿਉਂਕਿ ਕਾਲ ਵੀ ਅਕਾਲ ਦੇ ਹੁਕਮ ਦੇ ਅੰਦਰ ਹੈ। ਪੰਜ ਤੱਤ ਜਿਨ੍ਹਾਂ ਤੋਂ ਆਪਾਂ ਬਣੇ ਹਾਂ, ਜਿਵੇਂ ਗਹਿਣੇ ਸੋਨੇ ਤੋਂ ਬਣਦੇ ਆ, ਸੋਨਾ ਨਹੀਂ ਤੇ ਗਹਿਣੇ ਨਹੀਂ। ਲੋਹੇ ਤੋਂ ਸਮਾਨ ਬਣਦਾ ਲੋਹੇ ਦਾ, ਜੇ ਲੋਹਾ ਨਹੀਂ ਤੇ ਲੋਹੇ ਦੀਆਂ ਇਹ ਵਸਤੂਆਂ ਖਤਮ ਹੋ ਜਾਣ। ਇਸੇ ਤਰ੍ਹਾਂ ਹੀ ਪੰਜਾਂ ਤੱਤਾਂ ਤੋਂ ਇਹ ਸਾਡੀ ਬਾਡੀ ਬਣੀ ਹੈ, ਪੰਜਾਂ ਤੱਤਾਂ ਤੋਂ 84 ਲੱਖ ਜੂਨਾਂ ਦੇ ਚੋਲੇ ਬਣੇ ਹੈ। ਔਰ ਪਰਮੇਸ਼ਰ ਚਾਹੇ ਤਾਂ ਕਾਲ ਇਹਨਾਂ ਪੰਜਾਂ ਤੱਤਾਂ ਨੂੰ ਵੀ ਭੱਖ ਭਾਵ ਖਾ ਜਾਵੇ, ਖਤਮ ਕਰ ਦੇਵੇ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਿੰਘੋ ਇਹ ਪੰਜਾਂ ਤੱਤਾਂ ਦਾ ਚੋਲਾ ਹਮੇਸ਼ਾ ਨਹੀਂ ਰਹਿੰਦਾ ਜੀ। ਜਬ ਕਾਰਨ ਹੀ ਲਿਓ ਬਿਨਾਸ਼ਾ, ਕਾਰਜ ਥਿਰਵੇ ਕੀ ਕਿਤੇ ਆਸਾ। ਜੇ ਕਾਰਨ ਹੀ ਖਤਮ ਹੋ ਜਾਵੇ ਤੇ ਕਾਰਜ ਕਿਵੇਂ ਹੋਵੇ? ਭਾਵ ਸਾਡਾ ਜਿਹੜਾ ਸਰੀਰ ਦਾ ਕਾਰਨ ਹੈ ਉਹ ਪੰਜ ਤੱਤ ਹਨ। ਜੇ ਪੰਜੇ ਤੱਤਾਂ ਦਾ ਹੀ ਖਾਤਮਾ ਕਰ ਦੇਵੇ ਪਰਮੇਸ਼ਰ, ਇਸ ਕਾਲ ਦੇ ਕੋਲੋਂ ਪੰਜਾਂ ਤੱਤਾਂ ਨੂੰ ਹੀ ਖਤਮ ਕਰਵਾ ਦੇਵੇ, ਤਾਂ ਫਿਰ ਜਿਹੜੇ ਸਰੀਰ ਕਿੱਥੇ ਰਹਿਣਗੇ? ਭਾਵ ਸਰੀਰ ਵੀ ਖਤਮ ਹੋ ਜਾਣਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਨੂੰ ਧੀਰਜ ਦਿੰਦੇ ਹੋਏ ਸੱਚ ਦੇ ਨਾਲ ਸਾਹਮਣਾ ਕਰਾਉਂਦੇ ਐ, ਸੱਚ ਦੀ ਜਾਣਕਾਰੀ ਦਿੰਦੇ ਐ ਕਿ ਸਿੰਘੋ ਜਬ ਕਾਰਨ ਹੀ ਨਹੀਂ ਤੇ ਕਾਰਜ ਕਿਵੇਂ ਹੋ ਸਕਦਾ? ਭਾਵ ਜਦੋਂ ਇਹ ਸਰੀਰ ਦੇ ਪੰਜੇ ਤੱਤ ਵੀ ਖਤਮ ਹੋ ਸਕਦੇ ਐ, ਤੋ ਜਿਹੜੀ ਆਰੰਭਤਾ ਹੈ, ਜਿਸ ਨੂੰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਮਾਰੂ ਰਾਗ ਦੇ ਵਿੱਚ ਲਿਖਿਆ, ਅਰਬਦ ਨਰਬ ਧੁੰਦੂ ਕਾਰਾ, ਧਨ ਨ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏ ਦਾ। ਕੁਛ ਵੀ ਨਹੀਂ ਸੀ, ਕਹਿੰਦੇ ਧੁੰਦੂ ਕਾਰ ਸੀ, ਧਰਤੀ ਵੀ ਨਹੀਂ ਸੀ, ਆਕਾਸ਼ ਵੀ ਨਹੀਂ ਸੀ, ਪੌਣ ਵੀ ਨਹੀਂ ਸੀ, ਪਾਣੀ ਵੀ ਨਹੀਂ ਸੀ। ਇਹ ਵੱਡਾ ਸ਼ਬਦ ਹੈ, ਮਾਰੂ ਸੋਹਲਿਆਂ ਦੇ ਵਿੱਚ ਹੈ, ਤੁਸੀਂ ਇਹ ਸ਼ਬਦ ਨੂੰ ਵਿਚਾਰ ਸਕਦੇ ਹੋ, ਪੜ੍ਹ ਸਕਦੇ ਹੋ। ਫਿਰ ਰਚਨਾ ਕਿਵੇਂ ਰਚੀ? ਸੁਣੋ ਕੀਏ 10 ਅਵਤਾਰਾਂ। ਫਿਰ ਸੁਣ ਦੇ ਵਿੱਚੋਂ ਹੀ ਉਹਨੇ ਸਾਜਣਾ ਸ਼ੁਰੂ ਕੀਤਾ। ਹੁਣ ਕੋਈ ਵੀ ਬੱਚਾ, ਆਪਾਂ ਵੀ ਕਦੇ ਬੱਚੇ ਸੀਗੇ, ਔਰ ਆਪਾਂ ਜਨਮ ਲੈਣ ਤੋਂ ਬਾਅਦ, ਜਨਮ ਲੈਣ ਤੋਂ ਪਹਿਲਾਂ ਸਾਡਾ ਕੋਈ ਵਜੂਦ ਹੀ ਨਹੀਂ ਸੀਗਾ, ਆਪਾਂ ਹੈ ਹੀ ਨਹੀਂ ਸੀ ਕਿਤੇ ਵੀ, ਨਾ ਸਾਡੇ ਕੋਲੇ ਪੰਜਾਂ ਤੱਤਾਂ ਦਾ ਚੋਲਾ ਸੀ, ਨਾ ਆਪਾਂ ਕਿਸੇ ਨੂੰ ਦਿਖਾਈ ਦਿੰਦੇ ਸੀਗੇ। ਪਰ ਜਦੋਂ ਅਕਾਲ ਪੁਰਖ ਰਚਨਾ ਰਚੀ ਤੇ ਸਭ ਤੋਂ ਪਹਿਲਾਂ ਇਹ ਪੰਜਾਂ ਤੱਤਾਂ ਦੇ ਚੋਲੇ ਦੀ ਗੰਢ ਬਣੀ। ਮਾਤਾ ਦੇ ਉਧਰ ਵਿਖੇ ਇਹ ਗੰਢ ਬਣੀ, ਇਹ ਮਾਸ ਦਾ ਲੋਥੜਾ ਬਣਿਆ। ਤੇ ਫਿਰ ਪਰਮੇਸ਼ਰ ਨੇ ਪਤਾ ਨਹੀਂ ਆਪਣੇ ਕਾਨੂੰਨ ਦੇ ਮੁਤਾਬਕ ਹੌਲੀ ਹੌਲੀ ਇਸ ਦੀ ਰਚਨਾ ਕੀਤੀ ਤੇ ਮਾਤਾ ਦੇ ਉਦਰ ਦੇ ਅੰਦਰ ਹੀ, ਮਾਤਾ ਦੇ ਗਰਭ ਦੇ ਅੰਦਰ ਹੀ ਸਾਡੇ ਹੱਥ ਪੈਰ ਸਿਰ ਨੱਕ ਆਦਿ ਸਭ ਕੁਝ ਰਚਨਾ ਰਚ ਦਿੱਤੀ। ਭਾਵ ਕੁਛ ਵੀ ਨਹੀਂ ਸੀਗਾ। ਜਲ ਕੀ ਭੀਤ ਪਵਨ ਕਾ ਥੰਬਾ, ਇਹ ਪਾਣੀ ਦੀ ਕੰਧ ਹਵਾ ਦੇ ਪਿੱਲਰ ਕਰਕੇ ਖੜੀ ਆ। ਆ ਛੱਤ ਪਿੱਲਰਾਂ ਦੇ ਖੜਦੀ ਆ ਨਾ, ਤੇ ਸਾਨੂੰ ਵੀ ਇੱਕ ਪਿੱਲਰ ਲੱਗਿਆ, ਉਹ ਸਵਾਸਾਂ ਦਾ। ਜਿੱਦੇ ਸਵਾਸ ਨਿਕਲ ਗਿਆ ਉਹਦੇ ਕੰਧ ਡਿੱਗ ਜਾਂਦੀ ਆ। ਇਹ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਮਾਂ ਕਾ ਰਕਤ ਪਿਤਾ ਬਿੰਦ ਧਾਰਾ। ਇਹਨਾਂ ਦੋਹਾਂ ਨੂੰ ਇਕੱਠੇ ਕਰਕੇ ਇਹ ਪਾਣੀ ਦੀ ਕੰਧ ਖੜੀ ਕਰ ਦਿੱਤੀ ਅਕਾਲ ਪੁਰਖ ਨੇ। ਤਾਂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਉਹ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਵਿੱਚ ਜਾਲ ਪਾਇਆ ਹੱਡੀਆਂ ਦਾ। ਤੁਸੀਂ ਲੈਂਟਰ ਦੇ ਵਿੱਚ ਲੋਹਾ ਪਾਇਆ, ਇਹਦੇ ਵਿੱਚ ਉਹਨੇ ਹੱਡੀਆਂ ਬਣਾ ਦਿੱਤੀਆਂ। ਤਾਂ ਪਾਤਸ਼ਾਹ ਕਹਿੰਦੇ ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੇ ਵਿਚਾਰਾ, ਤੇ ਆਪਾਂ ਇਹਦੇ ਵਿੱਚ ਰਹਿਣ ਵਾਲੇ ਆ। ਇਹ ਘਰ ਬਣਾ ਕੇ ਦਿੱਤਾ ਇੱਕ। ਜਿਵੇਂ ਤੁਸੀਂ ਘਰ ਵਿੱਚ ਨਹੀਂ ਸਦਾ ਰਹਿ ਸਕਦੇ, ਤੁਹਾਡੇ ਬਜ਼ੁਰਗ ਚਲੇ ਗਏ ਫਰੀਦਾ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ ਤੈ ਪਾਛੇ ਹੋਏ ਲੱਦ ਗਏ, ਤੂੰ ਅਜੇ ਨਾ ਪਤੀਨੋ ਹੋਏ, ਤੈਨੂੰ ਹਜੇ ਸਮਝ ਨਹੀਂ ਆਈ, ਤੈਨੂੰ ਹਜੇ ਪ੍ਰਤੀਤ ਨਹੀਂ ਆਈ। ਪਤੀਨੋ ਮਤਲਬ ਪ੍ਰਤੀਤ ਨਹੀਂ ਆਈ ਕਿ ਮੈਂ ਵੀ ਜਾਣਾ, ਭਾਵ ਸਭ ਨੇ ਜਾਣਾ। ਬਾਬਾ ਫਰੀਦ ਜੀ ਉਪਦੇਸ਼ ਦਿੰਦੇ ਆ ਆਪ ਦੇ ਉੱਤੇ ਗੱਲ ਢਾਲ ਕੇ।
ਫਰੀਦਾ ਤੂੰ ਵੀ ਜਾਣਾ, ਤੇਰੇ ਵੱਡੇ ਵੀ ਚਲੇ ਗਏ। ਤੋ ਇਸ ਕਰਕੇ ਪੰਖੀ ਵਸੈ ਵਿਚਾਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਬਸੇਰਾ। ਹਾਂਜੀ ਆਪਾਂ ਤਾਂ ਬੜੇ ਕਬਜ਼ੇ ਕੀਤੇ ਹੋਏ ਹੈ, ਪਰ ਪੰਛੀ ਦਰਖਤ ਤੇ ਕਬਜ਼ਾ ਨਹੀਂ ਕਰਦਾ, ਸਿਰਫ ਦਿਨ ਤੇ ਰਾਤ ਕੱਟਦਾ ਹੈ। ਜਿਵੇਂ ਪੰਛੀ ਦਰਖਤ ਦੇ ਉੱਤੇ ਬੈਠਦਾ ਹੈ, ਰਾਤ ਕੱਟਦਾ ਹੈ, ਔਰ ਗੁਰੂ ਪਿਆਰੋ ਤੜਕੇ ਉੱਡ ਜਾਂਦਾ ਹੈ। ਜੇ ਉੱਥੇ ਘਰ ਬਣਾਇਆ ਹੋਵੇ, ਆਲਣਾ ਬਣਾਇਆ ਹੋਵੇ, ਤੇ ਸ਼ਾਮ ਨੂੰ ਉੱਥੇ ਆ ਜਾਂਦਾ, ਨਹੀਂ ਤਾਂ ਕਿਸੇ ਹੋਰ ਦਰਖਤ ਤੇ ਸਹੀ। ਇਸ ਤਰ੍ਹਾਂ ਇਹ ਸ੍ਰਿਸ਼ਟੀ ਜਿਹੜੀ ਹੈ, ਪਾਤਸ਼ਾਹ ਜੀ ਕਹਿੰਦੇ ਸਦਾ ਚੱਲਦੀ ਰਹਿੰਦੀ ਹੈ। ਸਿੱਖੋ ਇੱਕ ਅਕਾਲ ਪੁਰਖ ਹੀ ਸਦਾ ਰਹਿਣ ਵਾਲਾ, ਉਹ ਚਾਹੇ ਤਾਂ ਪੰਜੇ ਤੱਤਾਂ ਨੂੰ ਖਤਮ ਕਰ ਸਕਦਾ ਹੈ। ਜੇ ਪੰਜੇ ਤੱਤ ਹੀ ਖਤਮ ਹੋ ਜਾਣਗੇ ਤੇ ਫਿਰ ਤੁਸੀਂ ਅਸੀਂ ਇਹ ਸਾਰੀਆਂ ਬਾਡੀਆਂ ਵੀ ਦਿਖਾਈ ਨਹੀਂ ਦੇਣਗੀਆਂ ਜੀ। ਸਭ ਕੋ ਰਚਨਹਾਰ ਕਮਲਾਸਨ, ਕਾਲ ਪੁਰਖ ਪਖ ਕਰੇ ਵਿਨਾਸ਼ਨ। ਕਾਲ ਪੁਰਖ, ਅਕਾਲ ਤਾਂ ਕਾਲ ਤੋਂ ਬਾਹਰ ਹੈ, ਇੱਥੇ ਕਾਲ ਨੂੰ ਵੀ ਪਾਤਸ਼ਾਹ ਨੇ ਪੁਰਖ ਕਿਹਾ। ਪਾਤਸ਼ਾਹ ਨੇ ਆੜਾ ਲਾ ਕੇ ਇੱਕ ਸਦਾ ਰਹਿਣ ਵਾਲੀ ਹਸਤੀ ਨੂੰ ਅਕਾਲ ਦਾ ਨਾਮ ਦਿੱਤਾ, ਜੋ ਕਾਲ ਤੋਂ ਬਾਹਰ ਹੈ, ਮੌਤ ਤੋਂ ਪਰੇ ਹੈ। ਪਰ ਇੱਥੇ ਕਾਲ ਪੁਰਖ ਕਿਹਾ ਮੌਤ ਨੂੰ। ਕਹਿੰਦੇ ਜੇ ਮੌਤ ਚਾਹੇ ਤੇ ਬ੍ਰਹਮਾ ਜਿਹੜਾ ਦੁਨੀਆ ਨੂੰ ਬਣਾਉਂਦਾ ਉਹਨੂੰ ਵੀ ਖਾ ਜਾਂਦਾ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਵੀ ਖਤਮ ਹੋ ਜਾਂਦੇ ਹੈ। ਇਨਕੇ ਜਨਮ ਪੀ ਅਨੇਕ ਹੈ, 10ਵੇਂ ਪਾਤਸ਼ਾਹ 10 ਬਾਣੀ ਦੇ ਵਿੱਚ ਲਿਖਿਆ ਐਸੇ ਬਚਨ। ਪਾਰ ਬ੍ਰਹਮ ਕੀ ਦੇਹ ਮੋ, ਉਸ ਅਕਾਲ ਪੁਰਖ ਦੇ ਵਿੱਚ ਕੋਟਕ ਵਿਸ਼ਨ ਮਹੇਸ਼। ਤੁਸੀਂ ਤਾਂ ਤਿੰਨਾਂ ਨੂੰ ਜਾਣਦੇ ਹੋਵੋਗੇ ਵੀ ਜੀ ਇੱਕ ਵਿਸ਼ਨੂੰ ਹੈ, ਇੱਕ ਬ੍ਰਹਮਾ ਤੇ ਇੱਕ ਮਹੇਸ਼ ਸ਼ਿਵ ਹੈ। ਨਹੀਂ, ਇਹ ਕਰੋੜਾਂ ਹੀ ਹੈ। ਇਹ ਜੰਮਦੇ ਮਰਦੇ ਰਹਿੰਦੇ ਆ। 10 ਬਾਣੀ ਪੜ੍ਹੋ ਵਿਚਾਰੋ, 10 ਬਾਣੀ ਦੇ ਵਿੱਚੋਂ ਸਾਨੂੰ ਬਹੁਤ ਸਾਰਾ ਗਿਆਨ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਾਨੂੰ 10 ਬਾਣੀ ਨਾਲ ਵੀ ਜੁੜਨਾ ਚਾਹੀਦਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਜੇ ਮੌਤ ਚਾਹੇ, ਜੇ ਅਕਾਲ ਪੁਰਖ ਚਾਹੇ ਤੇ ਕਾਲ ਦੇ ਰਾਹੀਂ ਬ੍ਰਹਮਾ ਨੂੰ ਵੀ ਖਤਮ ਕਰ ਦਿੰਦਾ ਹੈ। ਮਹੀ ਵਿਸ਼ਨ ਸ਼ੰਭੂ ਬੜ ਦੋ, ਪੂਜੇ ਆਦਿ ਰਹੇ ਨ ਕੋ। ਇਸੇ ਤਰ੍ਹਾਂ ਹੀ ਵਿਸ਼ਨੂੰ ਵੀ ਮਰ ਜਾਂਦਾ ਹੈ, ਸ਼ੰਭੂ ਸ਼ਿਵ ਵੀ ਮਰ ਜਾਂਦਾ ਹੈ। ਇਹ ਵੀ ਵਾਰ-ਵਾਰ ਜਨਮ ਲੈਂਦੇ ਹਨ, ਇਹਨਾਂ ਦੀ ਵੀ ਜਨਮ ਮੌਤ ਹੈ। ਇਸੇ ਕਰਕੇ ਪ੍ਰੀਤਮ ਨੇ ਕਿਹਾ ਨਾ ਗੁਰਬਾਣੀ ਦੇ ਵਿੱਚ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਹਿੰਦੀ ਅਕਾਲ ਪੁਰਖ ਨੇ ਕਿਰਪਾ ਕੀਤੀ ਆ ਤਾਂ ਤੁਸੀਂ ਮਨੁੱਖਾ ਜਨਮ ਪ੍ਰਾਪਤ ਕੀਤਾ, ਭਲਿਓ ਨਾਮ ਜਪ ਲਿਆ ਕਰੋ। ਦੇਵਤਿਆਂ ਕੋਲੇ ਸਰੀਰ ਹੈ ਨਹੀਂ ਗੇ, ਉਹ ਕਹਿੰਦੇ ਕਿਤੇ ਸਾਨੂੰ ਵੀ ਛੁੱਟੀ ਮਿਲੇ। ਕਈ ਵਾਰੀ ਸਾਨੂੰ ਮੁਲਾਜ਼ਮ ਬੰਦੇ ਨੂੰ ਛੁੱਟੀ ਲੈਣੀ ਪੈਂਦੀ ਹੈ ਨਾ, ਕੰਮ ਕਰਨ ਵਾਸਤੇ ਜਾਂ ਕੋਈ ਸਮਾਗਮ ਵਿੱਚ ਜਾਣ ਵਾਸਤੇ ਛੁੱਟੀ ਲੈਣੀ ਪੈਂਦੀ ਹੈ। ਉਹ ਦੇਵਤੇ ਬੱਝੇ ਹੋਏ ਆ ਡਿਊਟੀਆਂ ਤੇ, ਕਦੇ ਸਾਨੂੰ ਵੀ ਛੁੱਟੀ ਮਿਲਾ ਦੇਵੇ ਪਰਮੇਸ਼ਰ ਤੇ ਮਨੁੱਖ ਬਣਾ ਦੇਵੇ ਦੁਨੀਆ, ਜਦ ਅਸੀਂ ਵੀ ਦੁਨੀਆ ਵੇਖ ਕੇ ਆਈਏ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਕਰਕੇ ਇਹ ਦੇਹੀ ਪਰਮੇਸ਼ਰ ਨੂੰ ਜਪਣ ਦੇ ਲਈ ਮਿਲਣਾ ਕੀਤੀ ਹੈ। ਆਪਨ ਕੀ ਗਿਣਤੀ ਕਹੋ ਕੌਣ, ਜੋ ਥਿਰ ਰਹੇ 14 ਪਾਉਨ। ਇਹ ਜਿਹੜੇ 3 ਦੇਵਤੇ ਦੁਨੀਆ ਨੇ ਮੰਨੇ ਆ, ਵੈਸੇ ਗੁਰੂ ਪਾਤਸ਼ਾਹ ਨੇ ਇਹ 3 ਦੇਵਤੇ ਪਵਨ, ਪਾਣੀ ਤੇ ਬੈਸੰਤਰ ਮੰਨੇ ਹੈ। ਹਿੰਦੂ ਮਤ ਨੇ ਇਹਨਾਂ ਦੇ ਨਾਮ ਰੱਖਤੇ, ਹਿੰਦੂ ਮਤ ਨੇ ਇਹਨਾਂ ਦੇ ਫੋਟੋਆਂ ਬਣਾਤੀਆਂ, ਸਰੂਪ ਬਣਾਤੇ। ਪਰ ਨਹੀਂ, ਅਸਲ ਵਿੱਚ ਇਹ 3 ਦੇਵਤੇ ਜਿਹੜੇ ਹਨ, ਇਹ ਪਾਣੀ, ਪੌਣ ਤੇ ਹਵਾ ਹੈ। ਹੁਣ ਇਹ ਪਰਮੇਸ਼ਰ ਤੋਂ ਪੈਦਾ ਹੋਇਆ ਨਾ। ਜਪਜੀ ਸਾਹਿਬ ਜੀ ਲਿਖਿਆ, ਕੀ ਲਿਖਿਆ ਹੈਗਾ, ਜਦੋਂ ਅਕਾਲ ਪੁਰਖ ਨੇ ਰਚਨਾ ਰਚੀ, ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ। ਏਕਾ ਮਾਈ ਆਪਣੀ ਮਾਇਆ ਦੇ ਨਾਲ, ਆਪਣੀ ਉਸ ਮਾਇਆ ਦੇ ਵਿੱਚੋਂ ਜੁਗਤ ਦੇ ਨਾਲ ਆਪਣੇ 3 ਚੇਲੇ ਪੈਦਾ ਕੀਤੇ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਸੰਸਾਰ ਨੂੰ ਬਣਾਉਣ ਵਾਲਾ, ਇੱਕ ਸੰਸਾਰ ਨੂੰ ਪਾਲਣ ਵਾਲਾ, ਤੇ ਇੱਕ ਸੰਸਾਰ ਨੂੰ ਇਕੱਠਾ ਕਰ ਦੇਣ ਵਾਲਾ। ਜਦੋਂ ਕਿਸੇ ਦੁਕਾਨ 'ਚ ਕਈ ਅੱਗ ਲੱਗੀ ਵੇਖਦੇ ਆ ਨਾ, ਤੇ ਅੱਗ ਲੱਗ ਜਾਂਦੀ, ਉਹਦੇ ਵਿੱਚ ਜਿੰਨੇ ਤਰ੍ਹਾਂ ਦਾ ਮਰਜ਼ੀ ਸਮਾਨ ਪਿਆ ਹੋਵੇ, ਸਾਰਾ ਇਕੱਠਾ ਹੋ ਕੇ ਇੱਕ ਸਵਾਹ ਬਣ ਜਾਂਦਾ। ਕੋਈ ਸਤਨਾਮ ਸੀ। ਤਾਂ ਸ਼ਿਵ ਦਾ ਕੰਮ ਹੈ ਸਭ ਨੂੰ ਇਕੱਠੇ ਕਰ ਦੇਣਾ, ਖਤਮ ਕਰ ਦੇਣਾ। ਤਾਂ ਗੁਰੂ ਪਿਆਰੋ, ਜਿਵੇਂ ਦੀਵਾਨ ਵਿੱਚ ਆਪਾਂ ਇਕੱਠੇ ਕਰਦੇ ਹਾਂ, ਇਹ ਦੂਜਾ ਅਰਥ ਇਹ ਵੀ ਕਰਦੇ ਆ, ਇੱਕ ਲਾਏ ਦੀਵਾਨ, ਇੱਕ ਦੀ ਆਦਤ ਹੈ ਸਭ ਨੂੰ ਲੈ ਕਰ ਦੇਣਾ, ਖਤਮ ਕਰ ਦੇਣਾ। ਇਹ ਵੀ ਠੀਕ ਹੈ। ਹੁਣ ਇਸੇ ਗੱਲ ਨੂੰ ਉਧਰੋਂ ਸਮਝ ਗਏ ਆਪਾਂ ਗੁਰਬਾਣੀ ਦੇ ਵਿੱਚੋਂ, ਬਈ ਮੈਂ ਤੁਹਾਨੂੰ ਦੱਸਿਆ ਬਈ ਇਹ ਅਸਲ ਵਿੱਚ ਦੇਵਤਿਆਂ ਦੇ ਕੋਈ ਸਰੂਪ ਨਹੀਂ ਹੈਗੇ। ਇਹ ਹੈ ਅੱਗ, ਪਾਣੀ ਤੇ ਹਵਾ।
ਤੇ ਕਿੱਥੇ ਲਿਖਿਆ ਬਾਣੀ ਵਿੱਚ? ਰਾਗ ਸ੍ਰੀ ਰਾਗ ਦੇ ਵਿੱਚ। ਸਾਚੇ ਤੇ ਪਵਨ ਭਇਆ, ਪਵਨੈ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਅਕਾਲ ਪੁਰਖ ਜਦ ਬੋਲਿਆ, ਕਦੋਂ ਬੋਲਿਆ? ਬੈਠਾ ਸੀ ਕਹਿੰਦੇ ਸਮਾਧੀ ਦੇ ਵਿੱਚ, ਆਪਣੇ ਆਪੇ ਵਿੱਚ ਸਮਾਇਆ ਹੋਇਆ ਸੀ। ਸੁਨ ਸਮਾਧ ਗੁਫਾ ਤਹਿ ਆਸਣ, ਅਰਬਦ ਨਰਬਦ ਧੁੰਦੂ ਕਾਰਾ, ਧਰਨਾ ਗਗਨਾ ਹੁਕਮ ਪਾਰਾ, ਦਿਨਾ ਨਾ ਦਿਨ ਰਹਿਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਇੰਦਾ। ਬੈਠਾ ਸੀ, ਬੈਠੇ ਬੈਠੇ ਅੰਦਰ ਫੁਰਨਾ ਬਣਿਆ ਕਿ ਮੇਰੇ ਵਰਗੇ ਹੋਰ ਵੀ ਹੋਣ ਯਾਰ, ਰਚਨਾ ਲੱਗ ਜੇ। ਕਹਿੰਦਾ ਹੋ ਜਾ। ਜਦੋਂ ਕਿਹਾ ਹੋ ਜਾ ਤੇ ਦੁਨੀਆ ਬਣਨੀ ਸ਼ੁਰੂ ਹੋਈ, ਭਾਵੋ ਤੋਂ ਹਵਾ ਬਣੀ। ਤੁਸੀਂ ਬੋਲਦੇ ਹੋ ਮੂੰਹ 'ਚ ਹਵਾ ਨਿਕਲੀ ਨਾ, ਇਹ ਪਹਿਲਾਂ ਹਵਾ ਉਸ ਤੋਂ ਬਣੀ ਆ। ਕਹੋ ਸਤਨਾਮ। ਜਦ ਉਸਨੇ ਕਿਹਾ ਹੋ ਜਾ, ਤੇ ਪੜੋ ਜਪਜੀ ਸਾਹਿਬ ਚੋਂ ਫਿਰ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕੋ ਵਾਰੀ ਬੋਲਿਆ ਤੇ ਲੱਖਾਂ ਦਰਿਆ ਬਣ ਗਏ। ਤੁਸੀਂ ਸਾਰੇ ਦਰਿਆ ਹੋ, ਕਿਉਂਕਿ ਪਾਣੀ ਤੋਂ ਬਣੇ ਆ। ਪਾਣੀ ਨੂੰ ਦਰਿਆ ਕਹਿੰਦੇ ਆ, ਆਪਾਂ ਸਾਰੇ ਪਾਣੀ ਆ। ਪਾਣੀ ਦੀ ਬੂੰਦ ਤੋਂ ਪੈਦਾ ਹੋਇਆ ਸਰੀਰ ਸਾਡੇ, ਇਸ ਕਰਕੇ ਸਾਨੂੰ ਲੱਖਾਂ ਦਰਿਆ ਕਿਹਾ ਬਾਣੀ ਦੇ ਵਿੱਚ। ਲੱਖਾਂ ਦਰਿਆ ਉਹ ਨਹੀਂ ਜਿਹੜੇ ਵਗਦੇ ਆ, ਤੁਸੀਂ ਵੀ ਦਰਿਆ ਹੋ ਸਾਰੇ, ਅਸੀਂ ਵੀ ਸਾਰੇ ਦਰਿਆ ਹਾਂ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਬਾਬਾ ਨਾਨਕ ਜੀ ਕਹਿੰਦੇ ਕੁਦਰਤ ਕਵਨ ਕਹਾਂ ਵਿਚਾਰ, ਮੈਂ ਇਸ ਕੁਦਰਤ ਦੀ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਦੇ ਸਕਦਾ। ਕਹੋ ਸਤਨਾਮ। ਮੈਂ ਤੁਹਾਨੂੰ ਕੀ ਦੱਸਾਂ ਇਸ ਕੁਦਰਤ ਦੇ ਬਾਰੇ? ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ ਕੀ। ਜੇ ਮੈਂ ਵਾਰ ਜਨਮ ਲੈ ਕੇ ਤੁਹਾਨੂੰ ਪਰਮੇਸ਼ਰ ਦਾ ਅੰਤ ਦੱਸਣਾ ਚਾਹਾਂ ਤਾਂ ਮੈਂ ਅੰਤ ਨਹੀਂ ਦੱਸ ਸਕਦਾ ਤੁਹਾਨੂੰ। ਕਹੋ ਸਤਨਾਮ। ਜੋ ਤੁਧ ਭਾਵੇ ਸਾਈ ਭਲੀ ਕਾਰ, ਬਸ ਇਹੀ ਕਹਿ ਸਕਦੇ ਆ, ਜੋ ਤੈਨੂੰ ਚੰਗਾ ਲੱਗਦਾ ਉਹੀ ਪ੍ਰਵਾਨ ਹੈ। ਤੇਰਾ ਭਾਣਾ ਮੀਠਾ ਲਾਗੇ। ਪਿਛਲੇ ਦਿਨੀ ਪੰਜਵੇਂ ਪਾਤਸ਼ਾਹ ਸ਼ਹੀਦੀ ਦਿਹਾੜਾ ਮਨਾਇਆ। ਤੱਤੀ ਤਵੀ ਤੇ ਬੈਠ ਕੇ ਉਸਨੇ ਚੰਦੂ ਨੂੰ ਇੱਕ ਵੀ ਐਸਾ ਲਫ਼ਜ਼ ਨਹੀਂ ਕਿਹਾਗਾ, ਤੇ ਜੇ ਕਿਤੇ ਮੂੰਹ ਚੋਂ ਨਿਕਲ ਜਾਂਦਾ ਉਹ ਤਾਂ ਲਾਹੌਰ ਤੇ ਦਿੱਲੀ ਨੂੰ ਉਲਟਾ ਪਲਟਾ ਸਕਦੇ ਸੀ। ਕਹੋ ਸਤਨਾਮ। ਸਿੱਖਾਂ ਨੇ ਵੀ ਕਿਹਾ, ਭਾਈ ਜੇਠਾ ਲੰਗਾਹਾ ਵਰਗਿਆਂ ਨਾਲ ਦੇ ਸਿੱਖਾਂ ਨੇ, ਭਾਈ ਪੁਰਾਣੇ ਹੋਰਾਂ ਨੇ, ਮਹਾਰਾਜ ਸਾਨੂੰ ਆਗਿਆ ਬਖਸ਼ੋ ਜੇ ਤੁਸੀਂ ਨਹੀਂ ਕੁਛ ਕਰਨਾ। ਇਹ ਚੰਦੂ ਕਿਹੜੇ ਬਾਗ ਦੀ ਮੂਲੀ ਆ? ਬੱਲੇ ਬੱਲੇ, ਇੰਨੀ ਤਾਕਤ ਕਿੱਥੋਂ ਲੈ ਲਈ ਤੂੰ ਬਾਈ? कहना जी सोडी सेवा चो कहे साडे कोले किहड़ा मुक्की आ, आपां कुछ नहीं करना, ये कार्रवाई परमेश्वर गहां आपे करेगा। कहो सतनाम। जो एक बारी कह देंदे चंदू तो उत्थे लभना नहीं सी भालिया। कहो सतनाम। पर नहीं, उत्थे उन्होंने भाणा मन के दिखाया। तत्ती तवी ते बैठ के तेरा भाणा मीठा लागे, हर नाम पदार्थ नानक मांगे। अगली कार्रवाई छेवें जामे जाके कीती आ। पंजवां शरीर जिहड़ा उन्हां दा बड़ा ही सहज सुभाव वाला उन्होंने सानू विखाया। ये नानक जी के दसे शरीर। कहो सतनाम। दसा शरीरां दे विच अलग अलग कार्ज कीते आ। जो पंजवें जामे च करने सी वो पंजवें च कीते आ, ते जिहड़ा छेवें वाला सी वो पंजवें च नहीं कीता, वो छेवें च कीता। कहो सतनाम। दो तरवारी बधियां, एक मेरी दी, एक पीरी दी, एक अजमा दी, एक राज दी, एक राखी करे वजीरी दी। खैर मनोबिरतियां उत्थे रखी। मेरे प्रीतम जी कहते जे परमेश्वर चाहे ते ब्रह्मा विष्णु महेश ये भी खत्म हो जाते हैं। अपन की बेनती कहो कौन, दूसरियां दी क्या गिनती करिए। जो थे रह 14 पौण, 14 लोकां विच कोई स्थिर रहन वाला नहीं जी। जाति तूल दृष्ट को ने हो, न आचे दे कष्ट अच्छे हो। सथूल भाव जो दिखाई दे रहा है, ਇਹਦੇ ਨਾਲ ਸਾਡੀ ਨਿਗਾਹ ਜੁੜ ਗਈ ਹੈ। ਹੁਣ ਬੱਚਾ ਮਾਂ ਦੇ ਉਦਰ ਵਿੱਚ ਹੈ, ਹਜੇ ਅਸੀਂ ਉਸ ਨੂੰ ਵੇਖਿਆ ਨਹੀਂਗਾ, ਉਹਦਾ ਜਨਮ ਨਹੀਂ ਹੋਇਆ। ਰੱਬ ਨਾ ਕਰੇ ਕੁਦਰਤੀ ਉਹਦੀ ਮਾਂ ਦੇ ਪੇਟ ਵਿੱਚ ਮੌਤ ਹੋ ਜਾਂਦੀ ਹੈ ਤਾਂ ਸਾਡਾ ਉਹਦੇ ਨਾਲ ਕੋਈ ਬਹੁਤਾ ਮੋਹ ਨਹੀਂ ਪੈਂਦਾ। ਕਹੋ ਸਤਨਾਮ। ਬਹੁਤਾ ਮੋਹ ਨਹੀਂ ਪੈਂਦਾ। ਖੈਰ ਚਿੰਤਾ ਤਾਂ ਹੁੰਦੀ ਹੈ, ਬਰਾਕ ਤਾਂ ਆਉਂਦਾ ਵੀ ਬੱਚੇ ਦੀ ਸੰਭਾਵਨਾ ਬਣ ਗਈ ਸੀ ਪਰ ਸਿਰੇ ਨਹੀਂ ਚੜ੍ਹਿਆ, ਪਰ ਉਹਦੇ ਨਾਲ ਬਹੁਤਾ ਮੋਹ ਨਹੀਂ ਪੈਂਦਾ। ਜਦੋਂ ਹੀ ਬੱਚਾ ਜਨਮ ਲੈ ਦਿੰਦਾ ਅਸੀਂ ਉਹਨੂੰ ਦੇਖਦੇ ਹਾਂ ਤੇ ਸਾਡੀ ਉਹਦੇ ਨਾਲ, ਬਾਡੀ ਦੇ ਨਾਲ, ਉਹ ਸਰੀਰ ਦੇ ਨਾਲ ਮੋਹ ਪੈ ਜਾਂਦਾ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਇਹ ਮਾਇਆ, ਜਿਤ ਹਰ ਵਿਸਰੈ ਮੋਹ ਉਪਜੈ ਭਾਓ ਦੂਜਾ ਲਾਇਆ। ਉਹ ਬੱਚਾ ਵੀ ਜਿੰਨਾ ਚਿਰ ਮਾਂ ਦੇ ਪੇਟ ਵਿੱਚ ਸੀਗਾ ਉਹਨੂੰ ਅਸੀਂ ਨਹੀਂ ਸੀ ਦਿਸੇ, ਉਹ ਪਰਮੇਸ਼ਰ ਨਾਲ ਜੁੜਿਆ ਹੋਇਆ ਸੀਗਾ। ਜਾਂ ਤਿਸ ਭਾਣਾ ਤਾਂ ਜੰਮਿਆ, ਤੇ ਜਦੋਂ ਹੀ ਉਹਦਾ ਜਨਮ ਹੋਇਆ ਉਹਦੀ ਅੱਖ ਸਾਡੇ ਨਾਲ ਮਿਲੀ, ਸਾਡੀ ਉਹਦੇ ਨਾਲ ਮਿਲੀ, ਸਾਡਾ ਇੱਕ ਦੂਜੇ ਨਾਲ ਮੋਹ ਪੈਦਾ ਹੋ ਗਿਆ। ਕਹੋ ਸਤਨਾਮ।
ਮਾਤ ਗਰਭ ਮਹਿ ਆਪਨ ਸਿਮਰਨ ਦੇ। ਬੱਚਾ ਉੱਥੇ ਕਿਵੇਂ ਬਚਿਆ? ਮਾਂ ਦੇ ਪੇਟ ਦੀ ਭਿਆਨਕ ਅਗਨੀ, ਜਿਹਦੇ ਵਿੱਚ ਪੁਰਾਣੇ ਸਮਿਆਂ ਵਿੱਚ ਮੈਂ ਸੁਣਿਆ ਕਿ ਕਈ ਮਾਈਆਂ ਕੰਧਾਂ ਤੋਂ ਪੱਟ ਕੇ ਰੋੜ ਵੀ ਖਾ ਜਾਂਦੀਆਂ ਸੀ। ਪੁੱਛਿਆ ਵੀ ਕਿਉਂ? ਕਹਿੰਦੇ ਜੀ ਪਤਾ ਨਹੀਂ, ਅੰਦਰ ਬੱਚਾ ਪੈਦਾ ਹੋਣ ਵਾਲਾ ਜਿਹੜਾ ਉਹ ਮੰਗਦਾ, ਇਹੀ ਚੀਜ਼ ਮੰਗਦਾ। ਐਸੀਆਂ ਬੀਬੀਆਂ ਵੀ ਦੇਖੀਆਂ ਕਿ ਗੁਰੂ ਪਿਆਰੋ ਲਾਲ ਮਿਰਚਾਂ ਖਾਂਦੀਆਂ ਵੀ ਦੇਖੀਆਂ। ਸਾਡਾ ਤਾਂ ਇੱਕ ਉਂਗਲ ਮੂੰਹ ਨੂੰ ਲਾਈਏ ਤੇ ਮੂੰਹ ਮੱਚ ਜਾਵੇ, ਪਰ ਉਹਨਾਂ ਦਾ ਮੂੰਹ ਮੱਚਦਾ ਨਹੀਂ ਦੇਖਿਆ। ਲਾਲ ਮਿਰਚਾਂ ਨੂੰ ਫੱਕੇ ਮਾਰਦੀਆਂ ਵੇਖੀਆਂ। ਕਿਉਂ ਬਈ? ਪਤਾ ਨਹੀਂ ਅੰਦਰ ਬੱਚਾ ਜਿਹੜਾ ਉਹ ਮੰਗਦਾ। ਕਹੋ ਸਤਿਨਾਮ। ਭਾਵ ਮਾਂ ਦੇ ਪੇਟ ਦੀ ਜਿਹੜੀ ਭਿਆਨਕ ਉਦਰ ਦੀ ਅਗਨੀ ਹੈ, ਉਹਦੇ ਵਿੱਚ ਬੱਚਾ ਬਚਿਆ ਕਿਵੇਂ? ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਜਿੱਥੇ ਕੁਛ ਵੀ ਨਹੀਂ ਵਸਦਾ ਉੱਥੇ ਤੂੰ ਕਿਵੇਂ ਬਚਿਆ? ਉਧਰ ਮਾਹੇ ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ। ਜਿਹੜੀ ਅੱਗ ਨੇ ਸਾੜਨਾ ਸੀ, ਅਕਾਲ ਪੁਰਖ ਨੇ ਉਸੇ ਦੀ ਡਿਊਟੀ ਲਾਤੀ ਬਈ ਇਹਨੂੰ ਨਹੀਂ ਸਾੜਨਾ। ਉਸੇ ਅਗਨੀ ਦੀ ਡਿਊਟੀ ਲਾਈ ਵੀ ਇਹ ਬੱਚਾ ਬਣਾਉਣਾ ਹੈ, ਤਿਆਰ ਕਰਨਾ ਹੈ, ਪਾਲਣਾ ਹੈ, ਵੱਡਾ ਕਰਨਾ ਹੈ, ਇਹਨੂੰ ਮਚਾਉਣਾ ਨਹੀਂ ਹੈਗਾ। ਬਾਕੀ ਖਾਣੇ ਸਾਰੇ ਪਚਾ ਦੇ, ਭਾਵੇਂ ਗਾਲ ਦੇ, ਸਭ ਕੁਝ, ਪਰ ਇਹ ਨਹੀਂ ਗਲਣਾ ਚਾਹੀਦਾ। ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ। ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਕਿਉਂਕਿ ਕਿਉਂ ਉਹਨਾਂ ਨੇ ਉਹਦੀ ਸੇਵਾ ਕੀਤੀ ਉਲਟਾ? ਕਿਉਂਕਿ ਉਹਨੇ ਉੱਥੇ ਨਾਮ ਜਪਣਾ ਕੀਤਾ। ਕਹੋ ਸਤਿਨਾਮ। ਤੇ ਜਦੋਂ ਹੀ ਜਨਮ ਹੋਇਆ, ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਇਆ ਭਾਬੀ ਭੇਬ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ। ਐ ਚੱਲਦਾ ਚੱਲਦਾ 100 ਕੁ ਸਾਲ ਦਾ ਪਾਤਸ਼ਾਹ ਨੇ ਖਿਆਲ ਕੀਤਾ। ਇਹ 8वें क्रोध हुआ तन नास, 9वें धौले उबे साह, ते 10वें दद्दा हुआ सोआ। दुध वर्गा चिट्टा सोआ बन गया। आया गया फलाना स्यों, वो तो तुर गया। आ गया सी फलाना स्यों, पर वो चलिया गया। आया गया मोया नाओ, इन्ना की रह गया बाकी। पिछे पत्तल सदी है काब मातलोक दे विच है, भारत दे विच कोठे ਦੇ ਉੱਤੇ ਲੋਕ ਸਰਾਧ ਮਨਾਉਂਦੇ ਆ, ਪੂੜੀਆਂ ਉੱਤੇ ਖੀਰ ਧਰਤਰ ਖਾਂਦੇ ਆ, ਕਾਵਾਂ ਨੂੰ ਕਹਿੰਦੇ ਆ ਜਾ ਬਾਪੂ ਖਾ ਲਾ, ਉਹ ਜਾਨਵਰ ਦਾ ਖਾਣਾ ਹੀ ਆ, ਤੇ ਮੂਰੇ ਕਹਿੰਦੇ ਸਾਡਾ ਬਾਪੂ ਖਾ ਗਿਆ। ਕਹੋ ਸਤਿਨਾਮ। ਪਿੱਛੇ ਪੱਤਲ ਸੱਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਗੁਰੂ ਤੋਂ ਬਗੈਰ ਇਹਨਾਂ ਨੂੰ ਕੌਣ ਗਿਆਨ ਦੇਵੇ ਕਿ ਤੁਹਾਡਾ ਬਾਪੂ ਕਿੱਥੇ ਆ? ਦੁਨੀ ਚੰਦ ਸਾਰਾ ਪਿੰਡ ਇਕੱਠਾ ਕੀਤਾ। ਕੁਦਰਤੀ ਧੰਨ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਦੇ ਪਿੰਡ ਗਏ ਵੇ। ਮਹਾਂਪੁਰਸ਼ੋ ਬੜੀ ਕਿਰਪਾ ਕੀਤੀ, ਘਰੇ ਚੱਲੋ ਜੀ। ਕਿਉਂ? ਮਤਲਬ ਆਪਣੀ ਅੱਜ ਨਾ ਲੰਗਰ ਹੈ, ਸਰਾਧ ਹੈ। ਅੱਛਾ ਚਲੋ ਚੱਲਦੇ ਹਾਂ। ਪਾਤਸ਼ਾਹ ਤਾਂ ਵਿਚਾਰ ਗਿਆਨ ਦੇਣਾ ਸੀਗਾ, ਚਲੇ ਗਏ ਘਰੇ। ਸਾਰੇ ਲੋਕ ਲੰਗਰ ਛਕ ਰਹੇ ਆ, ਪਾਤਸ਼ਾਹ ਮੂਹਰੇ ਵੀ ਥਾਲੀ ਲਾ ਕੇ ਰੱਖਤੀ। ਕਹਿੰਦੇ ਛਕੋ ਮਹਾਰਾਜ। ਪਾਤਸ਼ਾਹ ਕਹਿੰਦੇ ਕਿਉਂ ਛਕਾਉਣਾ? ਕਹਿੰਦੇ ਮੇਰੇ ਬਾਪੂ ਦਾ ਸਰਾਧ ਹੈ। ਕਹਿੰਦੇ ਫਿਰ ਹੋਊਗਾ ਕੀ? ਕਹਿੰਦੇ ਜੀ ਪੰਡਤ ਲੋਕ ਕਹਿੰਦੇ ਆ ਵੀ ਜੇ ਸਰਾਧਾਂ ਵਿੱਚ ਪੰਡਤਾਂ ਨੂੰ ਪ੍ਰਸ਼ਾਦਾ ਛਕਾਇਆ ਜਾਵੇ ਤੇ ਤੁਹਾਡੇ ਬਜ਼ੁਰਗਾਂ ਨੂੰ, ਤੁਹਾਡੇ ਮਰਿਆਂ ਹੋਇਆਂ ਨੂੰ ਮਿਲ ਜਾਂਦਾ। ਬਾਬਾ ਜੀ ਕਹਿੰਦੇ ਭਲਿਆ ਤੇਰਾ ਬਾਪੂ ਹੈ ਕਿੱਥੇ? ਕਹਿੰਦੇ ਜੀ ਪਤਾ ਨਹੀਂ, ਉਹ ਪੰਡਤ ਦਾ ਕਹਿੰਦੇ ਸਵਰਗਾਂ 'ਚ ਹੈ। ਕਹਿੰਦੇ ਨਹੀਂ ਮੈਂ ਦੱਸਦਾ ਤੇਰਾ ਬਾਪ ਕਿੱਥੇ ਆ। ਮਹਾਰਾਜ ਕਿੱਥੇ ਆ? ਤੁਹਾਨੂੰ ਪਤਾ ਹੈ? ਕਹਿੰਦੇ ਹਾਂ ਤੈਨੂੰ ਦਿਖਾ ਦਿੰਦੇ ਆ। ਆਹ ਥਾਲੀ ਲੈ ਜਾ ਚੱਕ ਕੇ, ਇੱਧਰ ਜਾ ਜੰਗਲ ਵਾਲੇ ਪਾਸੇ ਖੇਤਾਂ ਕੰਨੀ। ਅੱਗੇ ਬੀੜ ਦੇ ਵਿੱਚ ਤੈਨੂੰ ਇੱਕ ਸ਼ੇਰ ਮਿਲੂਗਾ, ਬੁੱਢਾ ਸ਼ੇਰ, ਤੈਨੂੰ ਕੁਛ ਨਹੀਂ ਕਹਿੰਦਾ, ਡਰੀ ਨਾ, ਕਮਜ਼ੋਰ ਹੋਇਆ ਪਿਆ ਹੁਣ। ਉਹਦੇ ਮੂਹਰੇ ਥਾਲੀ ਰੱਖ ਕੇ ਕਹੀਂ ਬਾਪੂ ਖਾ ਲਾ, ਤੈਨੂੰ ਉੱਥੇ ਬਾਪੂ ਮਿਲੂਗਾ ਤੇਰਾ। ਕਹੋ ਸਤਿਨਾਮ। ਕਮਾਲ ਹੋ ਗਈ। ਦੁਨੀ ਚੰਦ ਚੱਕਿਆ ਥਾਲ, ਉਸੇ ਤਰ੍ਹਾਂ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਪਈ ਆ, ਖੇਤਾਂ ਵੱਲ ਗਿਆ। ਅੱਗੇ ਉਹਨੂੰ ਉਸੇ ਤਰ੍ਹਾਂ ਇੱਕ ਬੜਾ ਹੀ ਵੱਡੀ ਉਮਰ ਦਾ ਸ਼ੇਰ, ਬੁੱਢਾ ਸ਼ੇਰ ਮਿਲਿਆ ਪਿਆ। ਸ਼ਿਕਾਰ ਹੁੰਦਾ ਨਹੀਂ ਗਾ, ਕਮਜ਼ੋਰੀ ਆ ਗਈ, ਸਰੀਰ ਪਤਲਾ ਹੋ ਗਿਆ। ਜਾ ਕੇ ਥਾਲ ਮੂਹਰੇ ਰੱਖ ਕੇ ਦੁਨੀ ਚੰਦ ਕਹਿੰਦਾ ਬਾਪੂ ਛਕ ਲਾ। ਜਦੋਂ ਹੀ ਉਹ ਸ਼ੇਰ ਨੂੰ ਭੁੱਖ ਲੱਗੀ ਸੀ, ਉਹਨੇ ਜੋ ਸੀ ਖਾਧਾ ਤੇ ਖਾਂਦਿਆਂ ਸਰੀਰ ਛੁੱਟ ਗਿਆ, ਤੇ ਸਰੀਰ ਛੁੱਟਦਿਆਂ ਜਿਹੜੀ ਵਿੱਚ ਰੂਹ ਸੀ ਸਾਹਮਣੇ ਉੱਠ ਕੇ ਖੜੀ ਹੋ ਗਈ। ਦੁਨੀ ਚੰਦ ਕਹਿੰਦਾ ਬਾਪੂ ਤੂੰ ਇੱਥੇ? ਕਹਿੰਦਾ ਮੈਂ ਤਾਂ ਇੱਥੇ ਫਸਿਆ ਹੋਇਆ, ਤੇ ਬਾਹਮਣ ਨੂੰ ਹੀ ਕਹੀ ਜਾਂਦੇ ਆ ਵੀ ਤੁਹਾਡੇ ਬਾਪੂ ਕੋਲੇ ਪ੍ਰਸ਼ਾਦੇ ਪਹੁੰਚਾ ਦੇ। ਕਹਿੰਦੇ ਕੋਈ ਪ੍ਰਸ਼ਾਦੇ ਮੇਰੇ ਕੋਲ, ਪਰ ਅੱਜ ਤੇਰੇ ਕੋਲੇ ਕੌਣ ਆਇਆ ਜਿਹਨੇ ਤੈਨੂੰ ਮੇਰੇ ਬਾਰੇ ਦੱਸਿਆ? ਕਹਿੰਦੇ ਇੱਕ ਮਹਾਂਪੁਰਸ਼ ਆਇਆ, ਬਾਬਾ ਨਾਨਕ। ਬਾਬਾ ਨਾਨਕ ਹੈ ਚੱਲਦਾ ਫਿਰਦਾ ਰਮਤਾ ਜੋਗੀ ਹੈ, ਕੋਈ ਸਾਧੂ। ਉਹ ਆਇਆ ਸੀਗਾ, ਮੈਂ ਉਹਨੂੰ ਬੇਨਤੀ ਕੀਤੀ ਲੰਗਰ ਛਕ ਲਾ, ਸਰਾਧ ਹੈ। ਉਹ ਮੈਨੂੰ ਕਹਿੰਦਾ ਤੇਰਾ ਬਾਪੂ ਤਾਂ ਸ਼ੇਰ ਦੀ ਜੂਨ 'ਚ ਫਸਿਆ ਬੈਠਾ, ਤੇ ਤੂੰ ਕਿਵੇਂ ਸ਼ੇਰ ਬਣ ਗਿਆ? ਕਹਿੰਦਾ ਕੁਛ ਨਹੀਂ ਪੁੱਤ, ਤੈਨੂੰ ਪਤਾ ਹੈ ਆਪਾਂ ਮਾਸ ਬਣਾਉਂਦੇ ਸੀ ਘਰੇ, ਤੇ ਜਿੱਦਣ ਮੇਰੀ ਮੌਤ ਹੋਈ ਨਾ, ਗੁਆਂਢੀਆਂ ਨੇ ਬਣਾਇਆ ਸੀਗਾ, ਤੇ ਮੈਨੂੰ ਆ ਗਈ ਖੁਸ਼ਬੂ।
ਮੇਰੇ ਨੱਕ ਨੇ ਸੁੰਘ ਲਿਆ ਵੀ ਬਣਿਆ ਬਹੁਤ ਵਧੀਆ, ਦੇਗ ਬਣਦੀ ਹੋਵੇ ਤੇ ਉਹਦੀ ਖੁਸ਼ਬੂ ਆਪਾਂ ਨੂੰ ਆ ਜਾਂਦੀ ਆ। ਕਹੋ ਸਤਿਨਾਮ। ਤੇ ਜਦੋਂ ਹੀ ਮੈਂ ਸੁੰਘਿਆ ਤੇ ਮੈਂ ਸੋਚਿਆ ਵੀ ਬਣਿਆ ਬੜਿਆ ਵਧੀਆ। ਉਧਰੋਂ ਮੌਤ ਦਾ ਟਾਈਮ ਸੀਗਾ, ਮਰਦਾ ਵੀ ਕਹਿਣ ਜਾ ਕੇ ਤੇ ਮਿਲ ਜਾਂਦਾ ਭੋਰਾ ਖਾਣ ਨੂੰ। ਬਸ ਇੰਨਾ ਕਹਿੰਦਿਆਂ ਹੀ ਮੌਤ ਹੋ ਗਈ। ਪਰਮੇਸ਼ਰ ਕਹਿੰਦਾ ਹਜੇ ਤੇਰੀ ਜਿਹੜੀ ਆ ਇੱਛਾ ਖਤਮ ਨਹੀਂ ਹੋਈ ਮਾਸ ਖਾਣ ਦੀ, ਚੱਲ ਤੈਨੂੰ ਸ਼ੇਰ ਬਣਾ ਦਿੰਦੇ ਆ। ਕਹੋ ਸਤਿਨਾਮ। ਖਾਈ ਜਾ, ਕਿਉਂਕਿ ਜਿੰਨਾ ਚਿਰ ਸਾਡੀ ਇੱਛਾ ਖਤਮ ਨਹੀਂ ਹੁੰਦੀ ਉਹਨਾਂ ਚਿਰ ਸਾਡੀ ਮੁਕਤੀ ਨਹੀਂ ਹੁੰਦੀ। ਤੇ ਗੁਰੂ ਹੀ ਗਿਆਨ ਦੇ ਕੇ ਸਾਡੀਆਂ ਇੱਛਾਵਾਂ ਨੂੰ ਖਤਮ ਕਰਕੇ ਅਖੀਰ ਵੇਲੇ ਕੋਈ ਫੁਰਨਾ ਨਾ ਬਣੇ, ਇੱਕੋ ਹੀ ਬਣੇ ਵਾਹ ਗੁਰੂ ਵਾਹ ਗੁਰੂ। ਜੇ ਮਨ ਵੇਲੇ ਕਹੋ ਲੈ ਜਾ ਹੁਣ ਤੇਰਾ ਹੀ ਆ, ਬਸ ਇਹ ਖਿਆਲ ਬਣ ਗਿਆ। ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬਾਦਤ ਲੋਚਨ ਤੇਰੇ ਮੁਕਤਾ ਪੀਤਾੰਬਰ ਵਾਕਿਆ ਹਿਰਦੇ ਵਸੇ। ਮੇਰੇ ਪ੍ਰੀਤਮ ਜੀ ਕਹਿੰਦੇ ਇਹ ਜਿਹੜਾ ਸਥੂਲ ਤੁਸੀਂ ਦੇਖ ਰਹੇ ਹੋ ਮੇਰੀ ਬਾਡੀ, ਗੁਰੂ ਗੋਬਿੰਦ ਸਿੰਘ ਜੀ ਗਿਆਨ ਦੇ ਰਹੇ ਨਾ, ਇਹ ਜੋ ਤੁਹਾਨੂੰ ਮੇਰਾ ਸਰੀਰ ਦਿਖਾਈ ਦੇ ਰਿਹਾ ਹੈ, ਸਿੱਖੋ ਇਹਦੇ ਨਾਲ ਨੇਹੋ ਮੋਹ ਨਾ ਪਾਓ। ਇਹ ਮੋਹ ਬੜਾ ਦੁਖਦਾਈ ਹੈ। ਜਾਂ ਤੇ ਥੂਲ ਦ੍ਰਿਸ਼ਟ ਕੋ ਦੇਹੋ, ਇਹਨਾਂ ਅੱਖਾਂ ਦੇ ਨਾਲ ਜੋ ਦੇਖਦੇ ਆ। ਚੱਚਾ ਰਚਤ ਚਿੱਤਰ ਹੈ ਭਾਰੀ, ਅਕਾਲ ਪੁਰਖ ਨੇ ਬੜੇ ਸੁੰਦਰ ਚਿੱਤਰ ਬਣਾਏ ਮਨੁੱਖਾਂ ਦੇ, ਇਸਤਰੀਆਂ ਦੇ ਬੜੇ ਸੋਹਣੇ ਸੋਹਣੇ ਬਣਾਏ, ਤੇ ਸਾਡਾ ਉਹਨਾਂ ਨੂੰ ਦੇਖ ਕੇ ਮੋਹ ਪੈ ਗਿਆ। ਕਹੋ ਸਤਿਨਾਮ। ਬਾਣੀ ਦਾ ਬਚਨ ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਤੁਸੀਂ ਵੇਖੋ, ਪਰ ਵੇਖ ਕੇ ਇਹ ਸੋਚੋ ਵੀ ਯਾਰ ਇਹਨੂੰ ਬਣਾਉਣ ਵਾਲਾ ਕਿੱਡਾ ਸੋਹਣਾ ਹੋਊਗਾ। ਕਹੋ ਸਤਿਨਾਮ। ਤੁਸੀਂ ਆਪਣਾ ਧਿਆਨ ਅਕਾਲ ਪੁਰਖ ਨਾਲ ਜੋੜੋ। ਦੇਖਣਾ ਤਾਂ ਪੈਣਾ ਹੈ। ਗੁਲਾਬ ਵੀ ਦੇਖ ਲਓ, ਗੇਂਦਾ ਵੀ ਦੇਖ ਲਓ, 36 ਪ੍ਰਕਾਰ ਦੇ ਫੁੱਲਾਂ ਨੂੰ ਦੇਖੋ, ਉਹਨਾਂ ਨੂੰ ਦੇਖ ਕੇ ਕੁਦਰਤ ਨੂੰ ਦੇਖ ਕੇ ਕਰਤੇ ਦੀ ਮਹਿਮਾ ਕਰੋ ਨਾ ਵੀ ਯਾਰੋ ਆਪ ਕਿੱਡਾ ਸੋਹਣਾ ਹੋਵੇਗਾ ਜਿਹਨੇ ਐਡੀ ਸੋਹਣੀ ਸ੍ਰਿਸ਼ਟੀ ਬਣਾਈ ਆ। ਕਹੋ ਸਤਿਨਾਮ। ਚੱਚਾ 35 ਅੱਖਰਾਂ ਦੇ ਉੱਤੇ ਬਾਣੀ ਰਚੀ। ਚੱਚਾ ਰਚਤ ਚਿੱਤਰ ਹੈ ਭਾਰੀ, ਤਾਂ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ, ਬਚਿੱਤਰ ਹੁੰਦੇ ਆ ਬੜੇ ਅਨੋਖੇ ਸੁੰਦਰ। ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਚਿੱਤਰ ਛਾੜ, ਇਹਨਾਂ ਦੇ ਨਾਲ ਨਾ ਜੁੜ ਜਾ। ਇੱਕ ਤਾਂ ਗੇਂਦ ਮਾਰਨੀ ਕੰਨ ਤੇ ਉਹ ਵਾਪਸ ਆ ਜਾਂਦੀ ਆ, ਇੱਕ ਗਾਰ ਮਾਰੋ ਤੇ ਗਾਰ ਉੱਥੇ ਹੀ ਚੁੱਪਣ ਜਾਂਦੀ ਆ। ਸਾਡੀ ਬਿਰਤੀ ਗਾਰ ਵਰਗੀ ਹੋਈ ਪਈ ਆ। ਕਹੋ ਸਤਿਨਾਮ। ਅਸੀਂ ਜਿੱਥੇ ਗਾਰ ਮਾਰਦੇ ਆ ਉੱਥੇ ਜੁੜ ਜਾਂਦੇ ਆ, ਜਿੱਥੇ ਨਿਗਾਹ ਵੱਜਦੀ ਆ ਉੱਥੇ ਖੜ ਜਾਂਦੇ ਆ। ਕਹੋ ਸਤਿਨਾਮ। ਤਾਂ ਚਿੱਤਰ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਚਿੱਤਰ ਛਾੜ ਚਿੱਤ ਰਾਖ ਚ ਤੇਰਾ। ਚਿੱਤਰਾਂ ਨੂੰ ਦੇਖ ਲਓ, ਵੇਖ ਕੇ ਪਰਮੇਸ਼ਰ ਦਾ ਖਿਆਲ ਕਰੋ ਤਾਂ ਤੇ ਸਿੱਖੋ। ਇਹ ਬੜੀ ਦੁਖਦਾਈ ਗੱਲ ਹੈ ਸਰੀਰਾਂ ਦੇ ਨਾਲ ਮੋਹ ਪਾਉਣਾ। ਸਤ ਚੇਤਨ ਆਦਿਕ ਜੋ ਕਹੀਅਤ, ਸੁਖਮ ਦੇਅਤ ਸੁਖਮ ਲਹੀਅਤ। ਸਤ ਸਦਾ ਰਹਿਣ ਵਾਲਾ ਜੋ ਹੈ, ਸਤ ਜੋ ਸਦਾ ਸੱਚ ਹੈ, ਉਸ ਨੂੰ ਚੇਤਨ ਕਹਿੰਦੇ ਹੈ। ਜਿਹੜਾ ਮੇਰੇ ਵਿੱਚ ਤੁਹਾਡੇ ਵਿੱਚ ਸਾਰਿਆਂ ਵਿੱਚ ਬੋਲਦਾ ਹੈ। ਤੇ ਜਿਸ ਵੇਲੇ ਦੁਨੀ ਚੰਦ ਨੂੰ ਉਸ ਦੇ ਬਾਪ ਨੇ ਖੜੇ ਹੋ ਕੇ ਦੱਸੀ ਸਾਰੀ ਗੱਲ, ਤੇ ਫਿਰ ਅਖੀਰ ਤੇ ਕਹਿੰਦਾ ਪੁੱਤਰਾ ਇਹ ਮਹਾਂਪੁਰਸ਼ ਦੇ ਭੇਜੇ ਕਿਰਪਾ ਦ੍ਰਿਸ਼ਟੀ ਪਏ, ਪ੍ਰਸ਼ਾਦ ਕਰਕੇ ਮੇਰੀ ਮੁਕਤੀ ਹੋ ਗਈ ਆ। ਮੈਂ ਚੱਲਿਆ, ਅੱਜ ਚੱਲਿਆ ਸਵਰਗਾਂ ਨੂੰ, ਅੱਜ ਮੇਰੀ ਮੁਕਤੀ ਹੋਈ ਆ, ਕਿਉਂਕਿ ਹੁਣ ਕੋਈ ਫੁਰਨਾ ਨਹੀਂ ਹੈ। ਫਿਰ ਉਹ ਦੁਨੀ ਚੰਦ ਘਰੇ ਆ ਕੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਅੱਜ ਤੱਕ ਕਮਾਲ ਹੀ ਕਰਤੀ, ਅੱਜ ਮੇਰਾ ਬਾਪੂ ਮੁਕਤ ਹੋਇਆ, ਹੋਰ ਕੋਈ ਸੇਵਾ ਬਖਸ਼ੋ। ਪਾਤਸ਼ਾਹ ਕਹਿੰਦੇ ਐਦਾਂ ਕਰੀ, ਆ ਸਾਡੀ ਇੱਕ ਸੂਈ ਰੱਖ ਲਾ। ਇਹ ਕਾਹਦੇ ਵਾਸਤੇ ਜੀ? ਇਹ ਤਾਂ ਇੱਥੋਂ ਹੀ ਸੱਚਖੰਡ ਸਵਰਗਾਂ 'ਚ ਲਵਾਂਗੇ, ਨਾਲ ਲੈ ਕੇ ਆਈ। ਹੁਣ ਖੁਸ਼ੀ ਬਹੁਤ ਹੋ ਗਈ ਸੀਗੀ, ਦਿਮਾਗ ਨੇ ਕੰਮ ਹੀ ਛੱਡਤਾ ਸੀਗਾ। ਖੁਸ਼ੀ ਖੁਸ਼ੀ ਘਰੇ ਗਿਆ, ਘਰ ਵਾਲੀ ਕੋਲੇ। ਭਗਵਾਨੀ ਆ ਸੂਈ ਸਾਂਭ ਕੇ ਰੱਖ ਦੇ। ਕਿਉਂ? ਉਹ ਜੇ ਨਵੇਂ ਮਹਾਂਪੁਰਸ਼ ਆਏ ਹੈ, ਉਹ ਕਹਿੰਦੇ ਵੀ ਸੂਈ ਸਾਂਭ ਕੇ ਰੱਖਿਓ, ਸਵਰਗਾਂ 'ਚ ਲਵਾਂਗੇ ਤੁਹਾਡੇ ਕੋਲੋਂ। ਉਹ ਵਿਚਾਰੀ ਹਜੇ ਠੀਕ ਸੀਗੀ, ਕਹਿੰਦੀ ਕਮਲਾ ਹੋਇਆ, ਨਾਲ ਤਾਂ ਕੁਛ ਵੀ ਨਹੀਂ ਜਾਂਦਾ ਗਾ, ਤੇ ਤੂੰ ਹੁਣੇ ਫੜਾ ਕੇ ਆ ਮੋੜ ਕੇ ਸੂਈ। ਮਹਾਰਾਜ ਇਹ ਨਾਲ ਨਹੀਂ ਜਾਣੀ, ਸੋਨੂੰ ਫਿਰ ਕਿੱਥੋਂ ਦੇਵਾਂਗੇ? ਜਾ ਕੇ ਨਾ ਮਹਾਰਾਜ ਇਹ ਤਾਂ ਨਾਲ ਨਹੀਂ ਜਾਂਦੀ। ਪਾਤਸ਼ਾਹ ਭੋਲੇ ਬਣ ਕੇ ਕਹਿੰਦੇ ਅੱਛਾ ਭਾਈ। ਤੇ ਜਿਹੜੇ 7 ਝੰਡੇ ਲਾਏ ਆ ਕੋਠੇ ਉੱਤੇ, ਪਹਿਲਾਂ ਲੋਕ ਵਿਖਾਵਾ ਕਰਦੇ ਸੀ, ਹੁਣ ਵੀ ਕਰਦੇ ਆ। ਪੈਸਾ ਆ ਜੇ ਤਾਂ ਗੱਡੀ ਲੈਂਦੇ ਆ ਮਹਿੰਗੀ, ਪੈਸਾ ਆ ਜੇ ਤਾਂ ਵਧੀਆ ਕੋਠੀ ਬਣਾਉਂਦੇ ਆ, ਵਿਖਾਵਾ ਕਰਦੇ ਆ ਨਾ। ਉਦੋਂ ਵਿਖਾਵਾ ਕਰਦੇ ਸੀ ਕੋਠੇ ਤੇ ਝੰਡੇ ਲਾ ਕੇ। ਕਹੋ ਸਤਿਨਾਮ। ਇਹਦੇ ਕੋਲੇ ਉਸ ਵੇਲੇ 7 ਲੱਖ ਸੀਗਾ, ਤੇ 7 ਝੰਡੇ ਕੋਠੇ ਤੇ ਲੱਗੇ ਹੋਏ ਸੀ ਇਹਦੇ। 7 ਲੱਖ ਦਾ ਮਾਲਕ ਸੀ, ਚਾਹੇ ਜ਼ਮੀਨ ਸੀ ਚਾਹੇ ਜਾਇਦਾਦ ਕੋਈ ਹੋਰ ਸੀ। ਪਾਤਸ਼ਾਹ ਕਹਿੰਦੇ 7 ਝੰਡੇ ਕਾਹਦੇ ਲਾਏ ਆ? ਕਹਿੰਦੇ ਜੀ ਇੰਨੀ ਸੰਪਤੀ ਆ। ਕਹਿੰਦੇ ਤੇ ਨਾਲ ਜਾਊ ਕੁਛ? ਕਹਿੰਦੇ ਜੀ ਨਾਲ ਤਾਂ ਕੁਛ ਵੀ ਨਹੀਂ ਜਾਂਦਾ, ਸੂਈ ਨਹੀਂ ਜਾਂਦੀ। ਕਹਿੰਦੇ ਫੇਰ?
ਕਹਿੰਦੇ ਜੀ ਫਿਰ ਜਾ ਸਕਦਾ ਕਿਸੇ ਤਰ੍ਹਾਂ? ਕਹਿੰਦੇ ਹਾਂ, ਤੂੰ ਇਹਨਾਂ ਨੂੰ ਲੋੜਵੰਦਾਂ ਗਰੀਬਾਂ 'ਚ ਵੰਡ ਦੇ, ਇਸ ਮਾਇਆ ਨੂੰ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾ ਦੇ, ਨੰਗਿਆਂ ਨੂੰ ਕੱਪੜੇ ਬਣਵਾ ਦੇ। ਉਹਨਾਂ ਦੀਆਂ ਅਸੀਸਾਂ ਕਨਵਰਟ ਹੋ ਕੇ, ਆ ਭਾਰਤ ਦਾ ਪੈਸਾ ਕੈਨੇਡਾ ਲਿਜਾਣਾ ਹੋਵੇ ਤਾਂ ਡਾਲਰ ਲੈਣੇ ਪੈਂਦੇ ਆ, ਉਧਰੋਂ ਇੱਧਰ ਆਉਣ ਵਾਸਤੇ ਰੁਪਈਏ ਲੈਣੇ ਪੈਂਦੇ ਆ। ਸੱਚਖੰਡ ਕੁਝ ਲੈ ਕੇ ਜਾਣਾ ਹੈ, ਉਸ ਨੂੰ ਸੇਵਾ ਚਲਾ ਦਿਓ, ਲੋੜਵੰਦਾਂ ਦੀ, ਭੁੱਖਿਆਂ ਨੰਗਿਆਂ ਦੀ ਸੇਵਾ ਕਰ ਦਿਓ। ਉਹ ਕਨਵਰਟ ਹੋ ਕੇ ਉਹਨਾਂ ਦੀਆਂ ਆਸ਼ੀਰਵਾਦਾਂ ਬਣ ਜਾਣਗੀਆਂ, ਉਹ ਤੁਹਾਡੇ ਨਾਲ ਜਾਣਗੀਆਂ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸਿਓ ਮੇਲ ਖੈਰ। ਪ੍ਰੀਤਮ ਜੀ ਕਹਿੰਦੇ ਹਮੇਸ਼ਾ ਰਹਿਣ ਵਾਲਾ ਇੱਕ ਪਰਮੇਸ਼ਰ ਸਤ ਚੇਤਨ ਹੈ, ਜੋ ਬੜਾ ਹੀ ਸੂਖਮ ਤੇ ਸੂਖਮ, ਬਰੀਕ ਤੋਂ ਬਰੀਕ ਹੈ। ਬਸ ਇੱਕ ਉਹੀ ਹੈ ਜਿਹਨੂੰ ਕਾਲ ਨਹੀਂ ਖਾ ਸਕਦਾ, ਜੋ ਅਬਨਾਸ਼ੀ ਹੈ, ਜੋ ਨੀਤ ਮਤਲਬ ਸਦਾ ਰਹਿਣ ਵਾਲਾ ਹੈ ਜੀ। ਉਹ ਤੁਸੀਂ ਹੋ, ਸੋ ਸਰੂਪ ਆਪਾਂ ਸਾਰੇ ਪਰਮੇਸ਼ਰ ਦੇ ਸਰੂਪ ਆ। ਬਸ ਆਪਾਂ ਨੂੰ ਭੁਲੇਖਾ ਪਿਆ ਹੋਇਆ, ਇਹ ਦੁਸ਼ਮਣ ਹੈ, ਇਹ ਮਿੱਤਰ ਹੈ, ਇਹ ਫਲਾਣਾ, ਇਹ ਕਿਹੜਾ ਆ ਗਿਆ, ਇਹ ਕੋਨਾ ਮੋਨਾ ਜਾਂ ਕਿਹੜਾ ਜਾ ਰਿਹਾ ਹੈ। ਇਹ ਸਾਨੂੰ ਭੁਲੇਖੇ ਪਏ ਹੋਏ ਆ ਸਾਰੇ। ਪਾਤਸ਼ਾਹ ਕਹੇ ਤੁਸੀਂ ਪਰਮੇਸ਼ਰ ਦੇ ਸਰੂਪ ਹੋ। ਅਸਲ ਵਿੱਚ ਸਾਨੂੰ ਇਹੀ ਭੁਲੇਖਾ ਕੱਢਿਆ ਪਰਮੇਸ਼ਰ ਦਾ। ਆਪਣੇ ਸਭ ਦੇ ਅੰਦਰ ਹੀ ਪਰਮੇਸ਼ਰ ਹੈ, ਉਹ ਚੇਤਨਾ ਹੈ। ਸਵਾਸ ਦੇ ਵਿੱਚ ਜਿਮੀ ਅਸਮਾਨ ਕੇ ਸਮਸਤ ਵਿੱਚ ਏਕ ਜੋਤ ਹੈ, ਨਾ ਵਾਦ ਹੈ, ਨਾ ਘਾਟ ਹੈ, ਨਾ ਘਾਟਵਾਦ ਹੋਤ ਹੈ। ਉਹ ਸਾਰਿਆਂ ਵਿੱਚ ਹੀ ਹੈ। ਉਹ ਅਨਪੜ੍ਹਿਆਂ ਵਿੱਚ ਵੀ ਹੈ ਤੇ ਪੜ੍ਹਿਆਂ ਵਿੱਚ ਵੀ ਹੈ, ਉਹ ਗਿਆਨੀਆਂ ਵਿੱਚ ਵੀ ਹੈ ਤੇ ਮੂਰਖਾਂ ਵਿੱਚ ਵੀ ਹੈ, ਉਹ ਦੁਸ਼ਮਣਾਂ ਵਿੱਚ ਵੀ ਹੈ, ਮਿੱਤਰਾਂ ਵਿੱਚ ਵੀ ਹੈ। ਉਹ ਭਾਈ ਕਨ੍ਹਈਏ ਨਹੀਂ ਵੇਖ ਲਿਆ, ਉਹ ਮੁਗਲਾਂ ਦੇ ਵਿੱਚੋਂ ਵੀ ਦੇਖ ਰਿਹਾ। ਕਹੋ ਸਤਿਨਾਮ। ਪਾਤਸ਼ਾਹ ਜੀ ਕਹਿੰਦੇ ਉਹ ਚੇਤਨ ਜਿਹੜਾ ਤੁਹਾਡੇ ਵਿੱਚ ਹੈ, ਤਾਂ ਤੁਸੀਂ ਸੋ ਸਰੂਪ ਆਪਣੋ ਪਹਿਚਾਨੋ, ਆਪਣੇ ਸਰੂਪ ਦੀ ਪਛਾਣ ਕਰੋ। ਤੁਸੀਂ ਅਸਲ ਵਿੱਚ ਕੌਣ ਹੋ? ਜੋ ਤੁਸੀਂ ਵੇਖ ਰਹੇ ਹੋ ਤੁਸੀਂ ਇਹ ਨਹੀਂ। ਜੋ ਇਹ ਜਾਣੋ ਸੋਏ ਨਾਹੇ। ਜਿਹੜਾ ਤੁਸੀਂ ਸਮਝਿਆ ਹੈ ਨਾ, ਇਹ ਤੁਸੀਂ ਸਾਰੇ ਝੂਠੇ ਹੋ, ਗਲਤ ਲਾ ਰਹੇ ਹੋ। ਫਿਰ ਮਹਾਰਾਜ ਕੀ ਆ ਅਸੀਂ? ਜੋ ਇਹ ਜਾਣ ਸੋਏ ਨਾਹੇ, ਜਾਣਨ ਹਾਰੇ ਕੋ ਬਲ ਜਾਓ। ਪੁੱਛੋ ਨਾ ਰੱਬ ਦੇ ਪਿਆਰਿਆਂ ਨੂੰ, ਜਿਹੜੇ ਇਸ ਗੱਲ ਨੂੰ ਸਮਝ ਗਏ ਕਿ ਅਸੀਂ ਅਸਲ ਵਿੱਚ ਕੌਣ ਆ। ਤੁਸੀਂ ਕੀ ਕਹਿੰਦੇ ਹੋ? ਮੇਰੀ ਲੱਤ ਦੁਖਦੀ ਹੈ। ਤੁਸੀਂ ਐਂ ਤਾਂ ਕਿਹਾ ਨਹੀਂ ਕਦੇ ਮੈਂ ਦੁਖਦਾ, ਮੇਰਾ ਸਿਰ ਦੁਖਦਾ ਹੈ। ਐਂ ਤਾਂ ਕਿਹਾ ਨਹੀਂ ਕਦੇ ਮੈਂ ਦੁਖਦਾ। ਕਹੋ ਸਤਿਨਾਮ। ਦੱਸੋ ਕਿਸੇ ਨੇ ਕਿਹਾ ਹੋਵੇ ਜੇ ਮੈਂ ਦੁਖਦਾ? ਤੁਸੀਂ ਦੁਖਣ ਵਾਲੇ ਹੈ ਹੀ ਨਹੀਂ। ਤੁਸੀਂ ਪਰਮੇਸ਼ਰ ਸਰੂਪ ਸਦਾ ਸਲਾਮਤ ਹੋ, ਸਦਾ ਰਹਿਣ ਵਾਲੇ ਹੋ। ਤੁਸੀਂ ਮਰਨ ਵਾਲੇ ਨਹੀਂ। ਜਿਹਨੂੰ ਅਸੀਂ ਮਰਨ ਵਾਲਾ ਕਹਿੰਦੇ ਆ, ਫਲਾਨਾ ਮਰ ਗਿਆ, ਉਹਦੇ ਵਿੱਚੋਂ ਉਹ ਤਾਂ ਨਿਕਲ ਗਿਆ ਪਹਿਲਾਂ। ਆਪਾਂ ਤਾਂ ਬਾਡੀ ਨੂੰ ਸੰਸਕਾਰ ਕੀਤਾ। ਕਹੋ ਸਤਿਨਾਮ। ਜਿਹੜਾ ਬੋਲਦਾ ਸੋ ਨਿਕਲ ਗਿਆ ਨਾ। ਤੇ ਜਿੰਨਾ ਚਿਰ ਸਵਾਸ ਚੱਲੀ ਜਾਂਦਾ ਉਹਨਾਂ ਚਿਰ ਸੰਸਕਾਰ ਨਹੀਂ ਕਰਦੇ, ਭਾਵੇਂ ਕੋਈ ਮੰਜੇ ਵਿੱਚ 100 ਸਾਲ ਪਿਆ ਰਹੇ। ਜੇ ਨਬਜ਼ ਚੱਲੀ ਜਾਂਦੀ ਆ, ਫਿਰ ਸੰਸਕਾਰ ਨਹੀਂ ਕਰਦੇ ਉਸ ਦਾ। ਪਰ ਜਦੋਂ ਹੀ ਨਬਜ਼ਾਂ ਬੰਦ ਹੋ ਗਈਆਂ ਤੇ ਸਾਨੂੰ ਪਤਾ ਲੱਗ ਗਿਆ ਵੀ ਜਿਹੜਾ ਉਹ ਸੀ ਵਿੱਚੋਂ ਉਹ ਤਾਂ ਗਿਆ, ਹੁਣ ਇਕੱਲੀ ਬਾਡੀ ਰਹਿ ਗਈ, ਕੁੜਤਾ ਰਹਿ ਗਿਆ, ਇਹਨੂੰ ਸੰਭਾਲ ਦਿਓ। ਕਹੋ ਸਤਿਨਾਮ। ਕਰਮੀ ਆਵੇ ਕੱਪੜਾ, ਚੰਗੇ ਭਾਗਾਂ ਨਾਲ ਮਨੁੱਖਾ ਜਾਮਾ ਮਿਲਿਆ, ਨਹੀਂ ਤਾਂ ਸੂਰ ਕੁੱਤਿਆਂ ਦੇ ਜਾਮੇ ਵੀ ਹੈਗੇ ਆ। ਕਹੋ ਸਤਿਨਾਮ। ਇਹਨੂੰ ਕੱਪੜਾ ਕਿਹਾ ਸਰੀਰ ਨੂੰ। ਕਰਮੀ ਆਵੇ ਕੱਪੜਾ, ਨਦਰੀ ਮੋਖ ਦਵਾਰ, ਨਜ਼ਰਾਂ ਨਾਲ ਮੁਕਤੀ ਹੋਣੀ ਆ। ਸੋ ਸਰੂਪ ਆਪਣੋ ਪਹਿਚਾਨੋ। ਬੜੀ ਡੂੰਘੀ ਗੱਲ ਹੈ। ਸਾਡੀ ਸਿੱਖੀ ਦੇ ਵਿੱਚ, ਜ਼ਿੰਦਗੀ ਦੇ ਵਿੱਚ ਇਹੋ ਹੀ ਚੀਜ਼ ਸਮਝਣ ਵਾਲੀ ਆ ਕਿ ਆਪਾਂ ਕੌਣ ਆ, ਕਿੱਥੋਂ ਆਏ ਆ, ਉੱਥੇ ਵਾਪਸ ਕਿਵੇਂ ਜਾਣਾ ਹੈ। ਬਸ ਇਹ ਚਿੰਤਨ ਕਰਿਆ ਕਰੋ। ਰਾਤ ਨੂੰ ਪੈਣ ਲੱਗੇ ਕਰਿਆ ਕਰੋ, ਤੜਕੇ ਉੱਠਣ ਸਾਰ ਫੇਰ ਬਹਿ ਜਾ ਕਰੋ। ਪੁੱਛੋ ਆਪਣੇ ਅੰਦਰੋਂ ਕਿ ਮੈਂ ਕੌਣ ਆ। ਤੁਹਾਨੂੰ ਜ਼ਰੂਰ ਕਦੇ ਜਵਾਬ ਮਿਲੂਗਾ ਵੀ ਤੁਸੀਂ ਕੌਣ ਹੋ ਤੇ ਇਹ ਦੁਨੀਆ ਚੋਂ ਕਿਵੇਂ ਨਿਕਲ ਸਕਦੇ ਹੋ। ਕਹੋ ਸਤਿਨਾਮ। ਪ੍ਰੀਤਮ ਜੀ ਕਹਿੰਦੇ ਸੋ ਸਰੂਪ ਆਪਣੋ ਪਹਿਚਾਨੋ, ਰਹੋ ਆਨੰਦ ਸ਼ੋਕ ਨਾ ਠਾਨੋ। ਤੁਸੀਂ ਸ਼ੋਕ ਨਾ ਕਰੋ, ਮੇਰੇ ਜਾਣ ਨਾਲ ਮੈਂ ਜਾਂਦਾ ਨਹੀਂ ਆ, ਮੈਂ ਇੱਥੇ ਹੀ ਆ। ਇਸ ਸੰਗ ਸਦਾ ਪਾਲਣਾ ਕਰਨਾ, ਬ੍ਰਿਤ ਨਾ ਜਨਮ ਨਾ ਹੋਏ ਕਬ ਮਰਨਾ। ਓਏ ਤੁਸੀਂ ਨਾ ਬੱਚੇ ਹੋ, ਨਾ ਬੁੱਢੇ ਹੋ, ਨੌਜਵਾਨ ਹੋ। ਤੁਸੀਂ ਇਹਦੇ ਵਰਗੇ ਨਹੀਂ। ਇਹ ਵਾਧਾ ਕਰਦਾ, ਤੁਸੀਂ ਵਾਧੇ ਕਰਦੇ ਨਹੀਂ। ਤੁਸੀਂ ਬੁੱਢੇ ਨਹੀਂ, ਤੁਹਾਡਾ ਜੰਮਣਾ ਮਰਨਾ ਵੀ ਨਹੀਂ ਹੈ। ਜੇ ਗੱਲ ਸਮਝ ਜਾਓ ਮੇਰੀ, ਬੜੀ ਡੂੰਘੀ ਗੱਲ ਹੈ ਗੁਰੂ ਪਿਆਰਿਓ। ਅਸੀਂ ਸਿੱਖੀ ਦੇ ਵਿੱਚ ਇਹ ਗੱਲ ਹੀ ਨਹੀਂ ਸਮਝੀ ਹਜੇ ਤੱਕ। ਗੁਰੂ ਪਾਤਸ਼ਾਹ ਨੇ ਬੜੇ ਗੁੱਝੇ ਭੇਦ ਬਾਣੀ ਵਿੱਚ ਲਿਖੇ ਹੈ। ਮੁੰਦਾਵਣੀ ਮਹੱਲਾ ਪੰਜਵਾ। ਮੁੰਦ ਦਾ ਮਤਲਬ ਹੁੰਦਾ ਹੈਗਾ ਬੰਦ ਕਰਨਾ। ਪੁਰਾਣੇ ਸਮੇਂ 'ਚ ਕਹਿੰਦੇ ਸੀ ਬਾਤ ਪਾਓ ਤੇ ਬਾਤ ਬੁੱਝੋ, ਤੇ ਸਤਿਗੁਰ ਨੇ ਇਹ ਬਾਤ ਗੁਰਬਾਣੀ ਵਿੱਚ ਪਾ ਦਿੱਤੀ। ਕਹੋ ਸਤਿਨਾਮ। ਹੁਣ ਆਪਾਂ ਬੁੱਝਣੀ ਆ ਉਹ ਗੁਪਤ ਘਾਟੀ ਵਿੱਚ।
बावन अक्षर लोक त्रय सब किच इन्हीं माहे, ये अखर खिन जाएंगे ओए अखर इनमें नाहे। जह बोलता अक्षर आवा, जह अबोलता मन न रहावा। बोल अबोल मद है सोई, जस ओ है तस लख न कोई। जिथे ओहो परमेश्वर, यही परमेश्वर, ओहो ते ये भी खत्म हो जान। तू करते तू पया, मुझ में रहा ना हूँ। जब आपा पर का मिट गया, जब देखो ता तू, फिर ਉਹਦੀ समझ आउंदी है। तो इस करके तुसी कदे भी जम्मन मन वाले नहीं। गुरु साहब कहने मैं भी जम्मन मन च नहीं आउंदा। ये तो एक कौतक है कि इन्हां बाणियां ने हमेशा नहीं रहना। नहीं जिस माही रूप आनंद बिगन को नाही। ਤੁਹਾਡੇ ਉਸ ਜੀਵ ਆਤਮੇ ਨੂੰ ਕੋਈ ਦੁੱਖ ਦਲਿੱਦਰ ਨਹੀਂ, ਉਹ ਆਨੰਦ ਰੂਪ ਹੈ, ਕੋਈ ਵਿਗੜ ਨਹੀਂ। श्री सतगुर को ताहा निवास, जैठा हरख ना शोक ना नाश। ਉੱਥੇ ਗੁਰੂ ਵਸਦਾ ਜਿੱਥੇ ਨਾ ਖੁਸ਼ੀ ਨਾ ਗਮੀ ਨਾ ਜੰਮਣਾ ਨਾ ਮਰਨਾ। ਖੈਰ ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ, ਸਮਾਂ ਸਮਾਪਤੀ ਤੇ ਆ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਦਾ ਸਬੋਧ ਦਿੰਦੇ ਆ, ਵਿਚਾਰਾਂ ਸਰਵਣ ਕੀਤੀਆਂ ਔਰ ਇਹਨਾਂ ਵਿਚਾਰਾਂ ਦੇ ਮੁਤਾਬਕ ਚੱਲੀਏ। 10ਵੇਂ ਪਾਤਸ਼ਾਹ ਜੀ ਦੇ ਅਲੋਪ ਹੋਣ ਵੇਲੇ ਦੇ ਆਖਰੀ ਉਪਦੇਸ਼ ਹਨ ਜਿਹੜੇ ਕਿ ਸਾਡੇ ਜੀਵਨ ਨੂੰ ਪਰਮੇਸ਼ਰ ਵਿੱਚ ਮਿਲਾ ਸਕਦੇ ਹੈ। ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਮਾਪਤੀ ਕਰੀਏ ਜੀ। हे अच्युत हे पार ब्रह्म अविनाशी अगनाश, हे पूरन हे सर्व में पंचन गुणतास, हे संगी हे निरंकार हे निर्गुण सब टेक, हे गोविंद हे गुण निधान, सदा विवेक, हे अपरंपर हर हरे, हे संत कै सदा संग, आधार, हे ठाकुर हों दासरो, निर्गुण गुण नहीं कोई, नानक दीजै नाम दान, आए प्रभ शरणागति, नित दयाल, एक अखर हर मन बसत, होत निहाल, एक ओंकार सतगुरु, प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह।